ਦੁਨੀਆ ਭਰ ਦੇ ਵਿੱਚ ਕੰਚੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ। ਅਪ੍ਰੈਲ ਮਹੀਨਾ ਸਾਡੇ ਵਾਸਤੇ ਬੜਾ ਮਹਾਨ ਮਹੀਨਾ, ਕਿਉਂਕਿ ਸੈਂਕੜੇ ਸਾਲਾਂ ਤੋਂ ਬਹੁਤ ਸਾਰੇ ਰਹਿਬਰ ਜਿਹੜੇ ਸਾਡੀ ਕ੍ਰਾਂਤੀ ਦੇ ਵਾਸਤੇ ਆਏ ਨੇ ਉਹ ਅਪ੍ਰੈਲ ਦੇ ਵਿੱਚ ਜਨਮ ਹੋਇਆ, ਤੇ ਕਈ ਰਹਿਬਰ ਅਪ੍ਰੈਲ ਦੇ ਵਿੱਚ ਸਾਡੇ ਕੋਲੋਂ ਸਦਾ ਵਾਸਤੇ ਗਏ ਵੀ ਨੇ, ਤੇ ਕਈ ਅਸੀਂ ਸੰਘਰਸ਼ ਵੀ ਲੜੇ ਨੇ। ਜੇ ਗੱਲ ਕਰੀਏ 11 ਅਪ੍ਰੈਲ ਰਾਸ਼ਟਰਪਿਤਾ ਜੋਤੀਰਾਓ ਫੂਲੇ ਜੀ, ਜਿਨ੍ਹਾਂ ਨੇ ਔਰਤ ਜਾਤੀ ਦੇ ਵਾਸਤੇ ਵਿਦਿਆ ਦੇ ਰਸਤੇ ਖੋਲੇ, ਦਰਵਾਜ਼ੇ ਖੋਲੇ। 14 ਅਪ੍ਰੈਲ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ, ਜਿਨ੍ਹਾਂ ਨੂੰ ਕੌਣ ਨਹੀਂ ਜਾਣਦਾ। ਤੇ ਜੇ ਗੱਲ ਕਰੀਏ 2 ਅਪ੍ਰੈਲ 2018 ਨੂੰ ਇੱਕ ਦਲਿਤ ਸਮਾਜ ਦੇ ਵੱਲੋਂ, ਸ਼ੈਡਿਊਲਡ ਕਾਸਟ ਸਮਾਜ ਦੇ ਵੱਲੋਂ ਬੜਾ ਸੰਘਰਸ਼ ਲੜਿਆ ਗਿਆ ਸੀ, ਤੇ ਜਿੱਥੇ ਜਿੱਤ ਵੀ ਹਾਸਲ ਕੀਤੀ ਸੀ। ਤੇ ਉਸੇ 29 ਅਪ੍ਰੈਲ ਨੂੰ ਫਗਵਾੜੇ ਦੇ ਅੰਦਰ ਇੱਕ ਚੌਕ ਦਾ ਨਾਮ ਸੰਵਿਧਾਨ ਚੌਕ ਰੱਖਣ ਤੇ ਸੰਘਰਸ਼ ਜਿਹੜਾ ਹੋਇਆ, ਉਸ ਦੌਰਾਨ ਇੱਕ ਸਾਡੇ ਨੌਜਵਾਨ ਦੀ ਜਾਨ ਗਈ, ਬੌਬੀ ਜਿਹੜਾ ਜਸ਼ਵੰਤ ਨਾਮ ਦਾ। ਤੇ ਜੇ ਗੱਲ ਕਰੀਏ 22 ਅਪ੍ਰੈਲ ਨੂੰ ਬਾਬੂ ਮੰਗੂ ਰਾਮ ਆਪ ਧਰਮ ਮਿਸ਼ਨ ਦੇ ਬਾਨੀ, ਸਾਡੇ ਫਰੀडम ਫਾਈਟਰ, ਉਹ ਇਸ ਧਰਤੀ ਤੋਂ ਸਾਡੇ ਕੋਲੋਂ ਸਦਾ ਵਾਸਤੇ ਉਹ ਅਪ੍ਰੈਲ ਮਹੀਨੇ ਵਿੱਚ ਹੀ ਜਾਂਦੇ ਨੇ। ਤੇ ਜੇ ਗੱਲ ਕਰੀਏ ਸਿੱਖ ਇਤਿਹਾਸ ਦੇ ਵਿੱਚ ਗਿਆਨੀ ਦਿੱਤ ਸਿੰਘ ਜੀ, ਉਹਨਾਂ ਦਾ ਜਨਮ ਜਿਹੜਾ ਉਹ ਵੀ 21 ਅਪ੍ਰੈਲ ਨੂੰ ਹੁੰਦਾ ਹੈ, ਤੇ ਸਾਡੇ ਲਈ ਬਹੁਤ ਉਹਨਾਂ ਨੇ ਸੰਘਰਸ਼ ਕੀਤਾ, ਔਰ ਪਖੰਡਵਾਦ ਦਾ ਜਿਹੜਾ ਭਾਂਡਾ ਭੰਨਿਆ ਉਹ ਕੌਣ ਨਹੀਂ ਜਾਣਦਾ, ਜਿਹੜਾ ਅੱਜ ਤੱਕ ਇਤਿਹਾਸ ਦੇ ਵਿੱਚ ਹੈ। 5 ਅਪ੍ਰੈਲ ਝਲਕਾਰਾਂ ਬਾਈ ਸਾਡੇ ਸਮਾਜ ਦੇ ਵਿੱਚੋਂ, ਜਿਨ੍ਹਾਂ ਨੇ ਬੜਾ ਸੰਘਰਸ਼ ਲੜਿਆ। ਤੇ 13 ਅਪ੍ਰੈਲ ਵੀ ਬੜਾ ਅਹਿਮ ਦਿਨ ਹੈ, ਕਿਉਂਕਿ ਖਾਲਸਾ ਪੰਥ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਕੀਤੀ ਸੀ, ਜੇ ਉਹਨੂੰ ਅਸੀਂ ਬਰੀਕੀ ਨਾਲ ਘੋਖਦੇ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹ ਸਾਹਮਣੇ ਆਉਂਦਾ ਕਿ ਉਹਨਾਂ ਨੇ ਜਾਤ ਪਾਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਹੋ। ਉਹਨਾਂ ਨੇ ਵੀ ਪਾਤਸ਼ਾਹੀਆਂ, ਖਾਸ ਕਰਕੇ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ, ਗਰੀਬ ਲੋਕਾਂ ਦੇ ਹੱਥਾਂ ਦੇ ਵਿੱਚ ਪਾਤਸ਼ਾਹੀਆਂ ਦੇਣ ਦਾ ਉਹਨਾਂ ਦਾ ਵੀ ਸੁਪਨਾ ਸੀ, ਗਰੀਬਾਂ ਨੂੰ ਬਰਾਬਰ ਕਰਨ ਦਾ ਸੁਪਨਾ ਸੀ। ਤੇ ਜਲਿਆਂਵਾਲੇ ਬਾਗ ਦੀ ਘਟਨਾ ਵੀ ਇਸੇ ਅਪ੍ਰੈਲ 13 ਅਪ੍ਰੈਲ 1919 ਦੀ ਹੈ। ਅਪ੍ਰੈਲ ਮਹੀਨੇ ਦੇ ਵਿੱਚ ਹੋਰ ਵੀ ਬਹੁਤ ਸਾਰਾ ਨਿੱਤ ਦਿਨ ਦੀ ਘਟਨਾ ਹੈ। ਤੇ ਆਓ ਆਪਾਂ ਅੱਜ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਨੂੰ ਯਾਦ ਕਰਦੇ ਹਾਂ, ਕਿਉਂਕਿ ਅੱਜ 14 ਅਪ੍ਰੈਲ ਹੈ। ਉਹਨਾਂ ਦੀ ਸੰਘਰਸ਼ ਦੀ ਗੱਲ ਕਰਾਂਗੇ, ਉਹਨਾਂ ਦੇ ਮਿਸ਼ਨ ਦੀ ਗੱਲ ਕਰਾਂਗੇ, ਤੇ ਉਹਨਾਂ ਦੇ ਸੰਕਲਪ ਦੀ ਗੱਲ ਕਰਾਂਗੇ। ਅੱਜ ਇਹ ਚਰਚਾ ਕਰਨ ਦੇ ਵਾਸਤੇ ਕੰਚੀ ਟੀਵੀ ਦੇ ਸਟੂਡੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਨੇ ਮਿਸ਼ਨਰੀ ਸਾਡੇ ਵੀਰ ਸਤਵਿੰਦਰ ਮਦਾਰਾ ਜੀ। ਆਓ ਆਪਾਂ ਪਹਿਲਾਂ ਜੀ ਆਇਆਂ ਆਖੀਏ। ਸਵਾਗਤ ਹੈ ਜੀ ਕੰਚੀ ਟੀਵੀ ਦੇ ਸਟੂਡੀਓ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਠੀਕ ਹੋ ਜੀ? ਹਾਂਜੀ, ਸਭ ਠੀਕ ਹੈ ਜੀ। ਔਰ ਨਾਲ ਲੱਗਦੀਆਂ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਵੀ ਨੇ ਤੁਹਾਨੂੰ ਵੀ ਜੀ। ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਔਰ ਕੰਚੀ ਟੀਵੀ ਦੇਖ ਰਹੇ ਸਾਰੇ ਸਾਥੀਆਂ ਨੂੰ ਵੀ ਉਹਨਾਂ ਦੇ ਜਨਮ ਦਿਨ ਦੀ ਲੱਖ ਲੱਖ ਮੁਬਾਰਕਬਾਦ। ਬਿਲਕੁਲ ਜੀ। ਅੱਜ 14 ਅਪ੍ਰੈਲ ਹੈ, ਰਾਤ ਦਾ ਬਿੱਲ ਹੈ, ਕਾਫੀ ਸਮਾਂ ਹੋ ਚੁੱਕਾ ਹੈ। ਪੂਰੇ ਦਿਨ ਵੱਖ-ਵੱਖ ਥਾਵਾਂ ਤੇ ਦੇਖਣ ਦਾ ਮੌਕਾ ਮਿਲਿਆ। ਕਿਤੇ ਮਾਰਚ ਕੱਢਿਆ ਜਾ ਰਿਹਾ, ਚੇਤਨਾ ਮਾਰਚ ਕੱਢਿਆ ਜਾ ਰਿਹਾ, ਕਿਤੇ ਸਮਾਗਮ ਕੀਤਾ ਜਾ ਰਿਹਾ, ਕਿਤੇ ਜਾਗੋ ਕੱਢੀ ਜਾ ਰਹੀ ਆ, ਕਿਤੇ ਵਿਦਿਆ ਦੀ ਗੱਲ ਕੀਤੀ ਜਾ ਰਹੀ ਆ, ਕਿਤੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਜਾ ਰਿਹਾ, ਕਿਤੇ ਡਾਕਟਰ ਅੰਬੇਡਕਰ ਪਾਰਕ ਦਾ ਉਦਘਾਟਨ ਕੀਤਾ ਜਾ ਰਿਹਾ। ਸਾਰਾ ਦਿਨ ਅੱਜ ਜਿਹੜਾ ਬੜਾ ਮਿਸ਼ਨ ਦੇ ਵਿੱਚ ਰੰਗ ਹੋਇਆ ਸਮਾਜ ਜਿੱਦਾਂ ਦੇਖਣ ਨੂੰ ਮਿਲਿਆ। ਤੇ ਕਿਤੇ ਆਪਣੇ ਬਹੁਤ ਹੀ ਅੱਛੇ ਮਹਿਲ ਵਰਗੀ ਕੋਠੀ ਦੇ ਤੇ ਸਟੈਚੂ ਲਗਾ ਕੇ ਉਹਦਾ ਉਦਘਾਟਨ ਕਰਦੇ ਵੀ ਅੱਜ ਦੇਖਣ ਨੂੰ ਮਿਲਿਆ। ਤੇ ਬੜਾ ਅੱਜ ਮਾਣ ਮਹਿਸੂਸ ਹੋਇਆ ਕੌਮ ਤੇ ਸਮਾਜ ਤੇ, ਤੇ ਬਾਬਾ ਸਾਹਿਬ ਦੇ ਜਿਹੜੇ ਅਨੁਆਈ, ਉਹਨਾਂ ਨੂੰ ਫੋਲੋ ਕਰਨ ਵਾਲੇ ਲੋਕ ਨੇ। ਤੇ ਗੱਲ ਆਪਾਂ ਸ਼ੁਰੂ ਕਰਾਂਗੇ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ, ਕਿ ਉਸ ਵੇਲੇ ਸਮਾਜ ਦੇ ਹਾਲਾਤ ਕਿੱਦਾਂ ਦੇ ਸੀ, ਕੀ ਮਹਿਸੂਸ ਕਰਦੇ ਹੋ ਤੁਸੀਂ? ਹਾਂਜੀ ਹਾਂਜੀ, ਦੇਖੋ ਜੀ, ਜਿਹੜਾ ਬਾਬਾ ਸਾਹਿਬ ਨੇ ਸੰਘਰਸ਼ ਸ਼ੁਰੂ ਕੀਤਾ
ਤੇ ਨਹੀਂ, ਉਸ- ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਬਾਬਾ ਸਾਹਿਬ ਦੇ ਸੰਘਰਸ਼ ਤੋਂ ਪਹਿਲਾਂ ਸਮਾਜ ਦੇ ਹਾਲਾਤ ਕਿਦਾਂ ਦੇ ਸੀ? ਹਾਂਜੀ, ਹਾਂਜੀ। ਕਿਉਂ ਸਮਾਜ ਨੂੰ ਬਾਬਾ ਸਾਹਿਬ ਨੂੰ ਸੰਘਰਸ਼ ਦੀ ਲੋੜ ਪਈ? ਹਾਂਜੀ, ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਜਿਹੜਾ ਬਾਬਾ ਸਾਹਿਬ ਜਿਸ ਇਲਾਕੇ 'ਚ ਹੋਏ ਆ, ਮਹਾਰਾਸ਼ਟਰ ਦੇ ਇਲਾਕੇ 'ਚੋਂ, ਉਹ ਇਲਾਕਾ ਪਹਿਲਾਂ ਪੂਨਾ ਦਾ ਇਲਾਕਾ ਜਿੱਥੇ ਪੇਸ਼ਵਾਵਾਂ ਦਾ ਰਾਜ ਸੀਗਾ। ਉਸ ਸਾਰੇ ਇਲਾਕੇ 'ਚ ਪੂਰੇ ਦੇਸ਼ ਦੇ ਵਿੱਚ ਸ਼ਾਇਦ ਸਭ ਤੋਂ ਜ਼ਿਆਦਾ ਜਿਹੜਾ ਸ਼ਡਿਊਲਡ ਕਾਸਟ ਸਮਾਜ ਹੈ, ਉਹਦੇ ਉੱਪਰ ਜ਼ੁਲਮ ਜ਼ਾਤੀ ਕਹਿ ਲਓ ਜਾਂ ਉਹਦੇ ਉੱਪਰ ਇਦਾਂ ਦੇ ਕਾਨੂੰਨ ਲਾਗੂ ਕੀਤੇ ਗਏ ਸੀ ਕਿ ਉਹਨਾਂ ਦੀ ਹਾਲਤ ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਜੇ ਕਿਤੇ ਖਰਾਬ ਹੋਏਗੀ ਤਾਂ ਉਹ ਉਸ ਖਿੱਤੇ ਦੇ ਵਿੱਚ ਸੀਗੀ, ਜਿਹਦੇ ਵਿੱਚ ਪਹਿਲਾਂ ਜੋਤੀਰਾਓ ਫੂਲੇ ਜੀ ਦਾ ਵੀ ਜਨਮ ਦਿਨ ਕੁਝ ਦਿਨ ਪਹਿਲਾਂ ਲੰਘ ਕੇ ਗਿਆ। 11 ਅਪ੍ਰੈਲ। ਉਹਦੀ ਵੀ ਸਾਰਿਆਂ ਨੂੰ 11 ਅਪ੍ਰੈਲ ਦੀ ਬਹੁਤ ਬਹੁਤ ਮੁਬਾਰਕਬਾਦ। ਬਿਲਕੁਲ। ਤੇ ਜੋਤੀਰਾਓ ਫੂਲੇ ਜੀ ਨੇ ਉਸ ਸਿਸਟਮ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਉੱਥੇ ਛੇੜਿਆ, ਔਰ ਫਿਰ ਸ਼ਾਹੂ ਜੀ ਮਹਾਰਾਜ ਨੇ ਵੀ ਇਸ ਦਿਸ਼ਾ 'ਚ ਬਹੁਤ ਕੰਮ ਕੀਤਾ। ਪਰ ਫਿਰ ਵੀ ਜਦੋਂ ਬਾਬਾ ਸਾਹਿਬ ਆਏ ਆ, ਉਸ ਜ਼ਮਾਨੇ ਦੇ ਵਿੱਚ ਵੀ ਸਾਡੇ ਲੋਕਾਂ ਦੀ ਜਿਹੜੀ ਆਰਥਿਕ ਹਾਲਤ ਹੈ ਜਾਂ ਸਿੱਖਿਆ ਪੱਖੋਂ ਜਾਂ ਧਾਰਮਿਕ ਪੱਖ ਤੋਂ ਹਰ ਪੱਖੋਂ ਸਾਡਾ ਸਮਾਜ ਬਹੁਤ ਜ਼ਿਆਦਾ ਦਬਿਆ ਹੋਇਆ ਸੀਗਾ। ਤੇ ਕਿਤੇ ਨਾ ਕਿਤੇ ਅਲੱਗ-ਅਲੱਗ ਦੇਸ਼ ਦੇ ਖਿੱਤਿਆਂ ਦੇ ਵਿੱਚ ਸੰਘਰਸ਼ ਸਾਡੇ ਲੋਕ ਕਰ ਰਹੇ ਸੀ ਇਸ ਜਾਤ ਪਾਤ ਦੇ ਖਿਲਾਫ, ਇਸ ਗੈਰ ਮਨੁੱਖੀ ਸਿਸਟਮ ਦੇ ਵਿਵਸਥਾ ਦੇ ਖਿਲਾਫ। ਪਰ ਬਾਬਾ ਸਾਹਿਬ ਨੇ ਜਦੋਂ ਉਹਨਾਂ ਨੂੰ ਹੋਸ਼ ਉਹਨਾਂ ਨੇ ਸੰਭਾਲਿਆ, ਪੜ੍ਹਿਆ ਲਿਖਿਆ ਔਰ ਇਹ ਸਾਰੇ ਸਿਸਟਮ ਬਾਰੇ ਉਹਨਾਂ ਨੂੰ ਸਮਝ ਆਈ, ਤੇ ਉਹਨਾਂ ਨੇ ਆਪਣੇ ਸਮਾਜ ਦੀ ਹਾਲਤ ਨੂੰ ਦੇਖ ਕੇ ਫਿਰ ਉਹ ਅੱਗੇ ਆਏ ਕਿ ਮੈਨੂੰ ਆਪਣੇ ਸਮਾਜ ਦੀ ਬਿਹਤਰੀ ਦੇ ਲਈ ਹੁਣ ਆਪਣਾ ਜੀਵਨ ਕੁਰਬਾਨ ਕਰਨਾ ਪਏਗਾ। ਔਰ ਫਿਰ ਉਹਨਾਂ ਨੇ ਸਾਡੀ ਹਾਲਤ ਸੁਧਾਰਨ ਦੇ ਲਈ ਪਹਿਲਾਂ ਮਹਾਰਾਸ਼ਟਰ ਤੋਂ ਫਿਰ ਅੱਗੇ ਚੱਲ ਕੇ ਪੂਰੇ ਦੇਸ਼ 'ਚ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਜੰਗ ਲੜੀ। ਇਸ ਜੰਗ ਦੇ ਦੌਰਾਨ ਜਿਵੇਂ ਅਸੀਂ ਜਦੋਂ ਬੁਲਾਰਿਆਂ ਨੂੰ ਸੁਣਦੇ ਹਾਂ ਵੱਖ-ਵੱਖ ਸਟੇਜਾਂ ਤੋਂ, ਹਾਂਜੀ ਹਾਂਜੀ, ਤੇ ਇਹ ਬੁਲਾਰਿਆਂ ਦਾ ਕਹਿਣਾ ਹੁੰਦਾ ਕਿ ਉਹਨਾਂ ਨੂੰ ਵਿੱਦਿਆ ਹਾਸਲ ਕਰਨ ਲਈ ਵੀ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ, ਹਾਂਜੀ, ਅਪਮਾਨ ਵੀ ਸਹਿਣਾ ਪਿਆ, ਸਹਿਣਾ ਪਿਆ। ਤੇ ਜਦੋਂ ਉਹ ਜੌਬ ਤੇ ਲੱਗੇ ਜਾਂ ਉਹ ਲਾ ਕਰਦੇ ਸੀ ਜਾਂ ਕਾਨੂੰਨੀ ਲੜਾਈ ਲੜਦੇ ਸੀ ਜਾਂ ਉਹ ਸਾਡੇ ਹੱਕਾਂ ਲਈ ਲੜਦੇ ਸੀ, ਉਦੋਂ ਵੀ ਉਹਨਾਂ ਨੂੰ ਅਪਮਾਨ ਸਹਿਣਾ ਪਿਆ। ਹਾਂਜੀ ਹਾਂਜੀ, ਕਿਵੇਂ ਦਾ ਸਹਿਣਾ ਪਿਆ? ਦੇਖੋ ਜੀ, ਉਹਨਾਂ ਦੇ ਬਚਪਨ ਤੋਂ ਹੀ ਘਟਨਾਵਾਂ ਜਿਹੜੀਆਂ ਸ਼ੁਰੂ ਹੋਈਆਂ, ਜਿੱਦਾਂ ਆਪਾਂ ਉਹਨਾਂ ਦੀ ਜਿਹੜੀ ਵੇਟਿੰਗ ਫॉर ਵੀਜ਼ਾ ਜਿਹੜੀ ਛੋਟੀ ਜੀਵਨੀ ਉਹਨਾਂ ਨੇ ਲਿਖੀ, ਕੁਝ ਘਟਨਾਵਾਂ ਲਿਖੀਆਂ ਜਿਹਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਕਿਸ ਤਰ੍ਹਾਂ ਜਦੋਂ ਆਪਣੇ ਪਿਤਾ ਜੀ ਨੂੰ ਮਿਲਣ ਵਾਸਤੇ ਗਏ ਆ ਟ੍ਰੇਨ ਦੇ ਵਿੱਚ, ਔਰ ਸਾਹਮਣੇ ਉਹਨਾਂ ਦੇ ਪਿਤਾ ਜੀ ਤੱਕ ਉਹਨਾਂ ਦਾ ਸੁਨੇਹਾ ਨਹੀਂ ਪਹੁੰਚ ਸਕਿਆ ਕਿ ਉਹ ਆ ਰਹੇ ਆ। ਉਹ ਸਟੇਸ਼ਨ ਤੇ ਰੁਕੇ ਰਹੇ, ਔਰ ਜਦੋਂ ਸਟੇਸ਼ਨ ਮਾਸਟਰ ਨੇ ਦੇਖਿਆ ਵੀ ਇਹ ਬੱਚੇ ਕਾਫੀ ਸਮਾਂ ਹੋ ਗਿਆ, ਇਹਨਾਂ ਨੂੰ ਕੋਈ ਲੈਣ ਵੀ ਨਹੀਂ ਆਇਆ, ਕਿਤੇ ਜਾ ਵੀ ਨਹੀਂ ਰਹੇ, ਔਰ ਉਹਨਾਂ ਨੂੰ ਪੁੱਛਣ ਵਾਸਤੇ ਆਏ ਵੀ ਤੁਸੀਂ ਕਿੱਥੇ ਜਾਣਾ, ਕੀ ਗੱਲ ਹੈ। ਜਦੋਂ ਉਹਨਾਂ ਨੇ ਸਾਰੀ ਗੱਲ ਸੁਣੀ ਤਾਂ ਉਹਨਾਂ ਨੇ ਗੱਲਾਂ 'ਚ ਉਹਨਾਂ ਦੀ ਜਾਤ ਪੁੱਛੀ ਕਿ ਤੁਸੀਂ ਕਿਹੜੀ ਜਾਤ ਦੇ ਆ, ਔਰ ਬਾਬਾ ਸਾਹਿਬ ਉਹਨਾਂ ਦੇ ਸ਼ਾਇਦ ਬ੍ਰਦਰ ਵੀ ਨਾਲ ਸੀ, ਉਹਨਾਂ ਤੋਂ ਉਹਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਜਾਤ ਹੈ ਉਹ ਮਹਾਰ ਹੈ, ਜਿਹੜੀ ਕਿ ਮਹਾਰਾਸ਼ਟਰ ਦੇ ਇਲਾਕੇ ਦੀ ਇੱਕ ਸ਼ਡਿਊਲਡ ਕਾਸਟ ਜਾਤ ਹੈ। ਔਰ ਜਿੱਦਾਂ ਹੀ ਉਹਨੇ ਸੁਣਿਆ ਸਟੇਸ਼ਨ ਮਾਸਟਰ ਨੇ, ਉਹ ਦੱਸਦੇ ਆ ਵੀ ਉਹਦੇ ਬਿਲਕੁਲ ਉਹਦਾ ਸੁਭਾਅ ਬਦਲ ਗਿਆ। ਉਹ ਬਿਲਕੁਲ ਪਹਿਲਾਂ ਉਹਨਾਂ ਨਾਲ ਬੜਾ ਕਹਿ ਲਓ ਕਿ ਹਮਦਰਦੀ ਜਤਾ ਰਿਹਾ ਸੀ ਵੀ ਇਹਨਾਂ ਨੇ ਚੰਗੇ ਕੱਪੜੇ ਪਾਏ ਆ, ਇਹ ਚੰਗੇ ਪਰਿਵਾਰਾਂ ਚੋਂ ਘਰਾਂ ਚੋਂ ਆ ਬੱਚੇ, ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ। ਪਰ ਜਿੱਦਾਂ ਹੀ ਉਹਨਾਂ ਨੂੰ ਉਹਨਾਂ ਦੀ ਜਾਤ ਬਾਰੇ ਪਤਾ ਲੱਗਿਆ, ਉਹਨਾਂ ਦਾ ਸੁਭਾਅ ਬਦਲ ਗਿਆ। ਉਹ ਬਿਲਕੁਲ ਜਿੱਦਾਂ ਨਫ਼ਰਤ ਆ ਗਈ ਉਹਨਾਂ ਦੇ ਅੰਦਰ ਉਹਨਾਂ ਦੇ ਪ੍ਰਤੀ। ਤੇ ਫਿਰ ਅੱਗੇ ਵੀ ਉਹ ਉਹਦੇ ਨਾਲ ਹੋਰ ਘਟਨਾਵਾਂ ਜਿਹੜੀਆਂ ਜੁੜੀਆਂ, ਫਿਰ ਉਹ ਜਾਂਦੇ ਆ। ਤਾਂਗੇ ਵਾਲਾ ਕਹਿੰਦਾ ਮੈਂ ਤੁਹਾਨੂੰ ਲੈ ਤਾਂ ਜਾਊਂਗਾ ਪਰ ਮੈਂ ਇਹਨੂੰ ਚਲਾਉਣਾ ਨਹੀਂ ਹੈਗਾ, ਹਨਾ। ਤੇ ਇਹ ਘਟਨਾਵਾਂ ਬਚਪਨ ਤੋਂ ਉਹਨਾਂ ਦੇ ਸਕੂਲ ਦੇ ਪੜ੍ਹਾਈ ਦੇ ਦੌਰਾਨ ਵੀ ਉਹਨਾਂ ਨੂੰ ਬਹੁਤ ਸਾਰੇ ਵਿਤਕਰੇ ਝੱਲਣੇ ਪਏ। ਔਰ ਫਿਰ ਜਦੋਂ ਉਹ ਪੜ੍ਹ ਕੇ ਆਏ ਆ, ਬੜੌਦਾ ਮਹਾਰਾਜ ਨੇ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਵਿਦੇਸ਼ ਜਾਣ ਵਾਸਤੇ। ਜਦੋਂ ਪੜ੍ਹ ਕੇ ਆ ਕੇ ਵਾਪਸ ਬੜੌਦਾ ਮਹਾਰਾਜ ਕੋਲ ਕੰਮ ਕਰਨ ਲਈ ਉਹ ਗਏ ਆ, ਤੇ ਬੜੌਦਾ ਮਹਾਰਾਜਾ ਨੇ ਉਹਨਾਂ ਨੂੰ ਅੱਛੀ ਜੌਬ ਦਿੱਤੀ। ਪਰ ਉਹਨਾਂ ਦੇ ਜਿਹੜੇ ਬਹੁਤ ਸਾਰੇ ਚਪੜਾਸੀ ਵੀ ਸੀਗੇ, ਉਹ ਵੀ ਉਹਨਾਂ ਨਾਲ ਵਿਤਕਰਾ ਕਰਦੇ ਸੀ। ਹਾਲਾਂਕਿ ਬਾਬਾ ਸਾਹਿਬ ਉਸ ਵਕਤ ਅਮਰੀਕਾ ਤੋਂ PhD ਕਰਕੇ ਆਏ ਸੀ ਵਾਪਸ ਪੜ੍ਹ ਕੇ, ਤੇ ਬਿਲਕੁਲ ਘੱਟ ਪੜ੍ਹੇ ਲਿਖੇ ਜਾਂ ਅਨਪੜ੍ਹ ਕਿਸਮ ਦੇ ਉਹਨਾਂ ਦੇ ਥੱਲੇ ਕੰਮ ਕਰਨ ਵਾਲੇ EMPLOYEE ਵੀ, ਕਿਉਂਕਿ ਉਹਨਾਂ ਦੀਆਂ ਜਾਤਾਂ ਏਦਾਂ ਦੀਆਂ ਸੀਗੀਆਂ, ਆਪਣੇ ਆਪ ਨੂੰ ਉੱਚਾ ਸਮਝਦੇ ਸੀ। ਉਹ ਵੀ ਕਹਿੰਦੇ ਆ ਫਾਈਲਾਂ ਤੱਕ ਵੀ ਉਹਨਾਂ ਨੂੰ ਹੱਥ 'ਚ ਨਹੀਂ ਦੇ ਕੇ ਤਾਂ ਉਹਨਾਂ ਦੇ ਡੈਸਕ ਤੇ ਟੇਬਲ ਦੇ ਉੱਪਰ ਸਿੱਟ ਕੇ ਜਾਂਦੇ ਸੀਗੇ, ਹਨਾ। ਤੇ ਇਸ ਤਰ੍ਹਾਂ ਦੀਆਂ ਤਕਲੀਫਾਂ, ਅਪਮਾਨ ਬਾਬਾ ਸਾਹਿਬ ਨੂੰ ਸਾਰੀ ਉਮਰ ਝੱਲਣੇ ਪਏ। ਤੇ ਉਹਨਾਂ ਨੇ ਵੈਸੇ ਤਾਂ ਪੂਰੇ ਭਾਰਤ ਵਾਸੀਆਂ ਦੇ ਲਈ ਸੰਘਰਸ਼ ਕੀਤਾ। ਹਾਂਜੀ ਹਾਂਜੀ।
ਭਾਰਤ ਦੇ ਲੋਕਾਂ ਨੇ ਸੰਘਰਸ਼ ਕੀਤਾ। ਹਾਂਜੀ। ਜੇ ਸੰਵਿਧਾਨ ਦੀ ਗੱਲ ਕਰੀ ਤੇ ਸੰਵਿਧਾਨ ਵੀ ਤਾਂ ਪੂਰੇ ਭਾਰਤ ਲਈ ਪੂਰੇ ਹੀ ਹੈ, ਦੇਸ਼ ਪੂਰੇ ਵਾਸੀਆਂ ਲਈ। ਦੇਸ਼ ਵਾਸੀਆਂ ਨੂੰ ਉਹਦੇ ਵਿੱਚ ਹੱਕ ਹਕੂਕ ਸਹੂਲਤਾਂ ਤਰੀਕੇ ਦਾ ਕਾਨੂੰਨ ਹੈ। ਜੀ ਜੀ ਜੀ। ਉਹਨਾਂ ਨੂੰ ਖਾਸ ਕਰਕੇ ਜਿਵੇਂ ਲਤਾੜਿਆ ਵਰਗ ਪਿੱਛੇ ਰਹਿ ਗਿਆ, ਪਰ ਗਰੀਬ ਵਰਗ ਤੇ ਕਿਉਂ ਤਰਸ ਨਾ ਆਇਆ? ਹਾਂ, ਦੇਖੋ ਜੀ, ਇੱਕ ਤਾਂ ਉਹ ਖੁਦ ਉਸ ਵਰਗ ਤੋਂ, ਉਸ ਸਮਾਜ ਤੋਂ ਬਿਲੋਂਗ ਕਰਦੇ ਸੀਗੇ, ਐਸੀ ਭਾਈਚਾਰੇ ਚੋਂ, ਜਿਹਦੇ ਨਾਲ ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਦੇ ਵਿੱਚ ਵਿਤਕਰਾ ਹੁੰਦਾ ਆ। ਔਰ ਜਿੱਦਾਂ ਮੈਂ ਦੱਸਿਆ ਕਿ ਜਿਹੜਾ ਮਹਾਰਾਸ਼ਟਰ ਦਾ ਪੂਨਾ ਦਾ ਇਲਾਕਾ ਆ, ਉੱਥੇ ਤਾਂ ਪੇਸ਼ਵਾਵਾਂ ਦੇ ਰਾਜ ਦੇ ਵਿੱਚ ਬਹੁਤ ਹੀ ਜ਼ਿਆਦਾ ਮਾੜੇ ਕਿਸਮ ਦੇ ਜਿਹੜੇ ਕਾਨੂੰਨ ਆ ਸਾਡੇ ਲੋਕਾਂ ਦੇ ਉੱਪਰ ਲਾਗੂ ਕੀਤੇ ਗਏ ਸੀਗੇ। ਇਸ ਕਰਕੇ ਬਾਬਾ ਸਾਹਿਬ ਨੇ ਜਿੱਦਾਂ ਕਹਿੰਦੇ ਆ ਵੀ ਉਹਨੂੰ ਆਪਣੇ ਉੱਪਰ ਹਟਾਇਆ ਹੋਇਆ ਸੀਗਾ, ਇਸ ਸਾਰੇ ਵਿਤਕਰੇ ਨੂੰ, ਇਸ ਸਾਰੇ ਅਪਮਾਨ ਨੂੰ, ਜਾਤ ਪਾਤ ਦੇ ਨੂੰ। ਇਸ ਕਰਕੇ ਉਹਨਾਂ ਦੇ ਅੰਦਰ ਇਹਦੇ ਬਾਰੇ ਸੰਘਰਸ਼ ਕਰਨ ਦੀ, ਇਹਦੇ ਖਿਲਾਫ ਜੰਗ ਲੜਨ ਦੀ ਤਾਂ ਬਹੁਤ ਇੱਕ ਕਹਿ ਲਓ ਵੀ ਅੰਦਰੋਂ ਹੀ ਗੱਲ ਆਵਾਜ਼ ਉੱਠੀ। ਪਰ ਜਦੋਂ ਉਹ ਵਿਦੇਸ਼ਾਂ 'ਚ ਗਏ ਆ, ਅਮਰੀਕਾ 'ਚ ਗਏ ਆ, ਇੰਗਲੈਂਡ 'ਚ ਗਏ ਆ ਪੜ੍ਹਨ ਵਾਸਤੇ, ਉਹਨਾਂ ਨੇ ਜਦੋਂ ਉੱਥੇ ਦਾ ਸਾਰਾ ਮਾਹੌਲ ਦੇਖਿਆ, ਉੱਥੇ ਦੇ ਸਾਰੇ ਕਾਨੂੰਨ ਦੇਖੇ, ਡੈਮੋਕ੍ਰੇਸੀ, ਲੋਕਤੰਤਰ ਦੇਖਿਆ, ਤਾਂ ਫਿਰ ਉਹਨਾਂ ਦੀ ਸੋਚ ਅੱਗੇ ਇਹ ਵੀ ਚੱਲੀ ਬਣੀ ਕਿ ਮੈਨੂੰ ਸਿਰਫ ਆਪਣੇ ਹੀ ਸਮਾਜ ਤੱਕ ਨਹੀਂ, ਪੂਰੇ ਦੇਸ਼ ਵਾਸੀਆਂ ਦੇ, ਦੇਸ਼ ਦੇ ਹਰ ਨਾਗਰਿਕ ਵਾਸਤੇ, ਭਲੇ ਵਾਸਤੇ ਕੰਮ ਕਰਨਾ ਚਾਹੀਦਾ ਆ। ਪਰ ਕਿਉਂਕਿ ਉਹ ਐਸੇ ਵਰਗ ਤੋਂ ਬਿਲੋਂਗ ਕਰਦੇ ਸੀ ਜਿਹੜਾ ਕਿ ਬਹੁਤ ਜ਼ਿਆਦਾ ਵਿਤਕਰੇ ਦਾ ਸ਼ਿਕਾਰ ਹੋਇਆ, ਇਸ ਕਰਕੇ ਹੋਰ ਵੀ ਜਿਹੜੇ ਵਰਗ ਵਿਤਕਰੇ ਦਾ ਸ਼ਿਕਾਰ ਹੋਏ, ਭਾਵੇਂ ਉਹ ਗਰੀਬ ਸੀਗੇ, ਮਜ਼ਦੂਰ ਸੀਗੇ ਜਾਂ ਔਰਤਾਂ ਸੀਗੀਆਂ, ਉਹਨਾਂ ਦੇ ਵੀ ਉਹਨਾਂ ਵਾਸਤੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ, ਸੰਘਰਸ਼ ਵੀ ਕੀਤਾ। ਸੰਵਿਧਾਨ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਲਈ, ਉਹਨਾਂ ਦੀ ਸਹੂਲਤ ਵਾਸਤੇ ਕਾਨੂੰਨ ਵੀ ਬਣਾਏ। ਤੇ ਬਾਬਾ ਸਾਹਿਬ ਨੇ ਜਦੋਂ ਅਸੀਂ ਪੜ੍ਹਦੇ ਆ ਜਾਂ ਸੁਣਦੇ ਆ, ਉਹਦੇ ਵਿੱਚ ਕਈ ਵਾਰੀ ਭੁਲੇਖਾ ਸਾਨੂੰ ਰਹਿ ਜਾਂਦਾ, ਬਾਬਾ ਸਾਹਿਬ ਨੇ ਐਜੂਕੇਸ਼ਨ ਕਿੱਥੋਂ ਤੱਕ ਪ੍ਰਾਪਤ ਕੀਤੀ? ਦੇਖੋ ਜੀ, ਬਾਬਾ ਸਾਹਿਬ ਦੀ ਜਿਹੜੀ ਐਜੂਕੇਸ਼ਨ ਆ ਨਾ, ਇਹਦੇ ਬਾਰੇ ਮੈਨੂੰ ਵੀ ਪਿੱਛੇ ਜੇ ਮੈਂ ਆ ਕੇ ਵੋਲਿਊਮ ਸਾਰੇ ਪੜ੍ਹਨੇ ਸ਼ੁਰੂ ਕੀਤੇ, ਤੇ ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ ਕਿ ਬਾਬਾ ਸਾਹਿਬ ਨੇ ਇੱਕ ਨਹੀਂ 2 PhDਆਂ ਕੀਤੀਆਂ। ਔਰ ਬਾਬਾ ਸਾਹਿਬ ਦੀਆਂ ਦੋਵੇਂ PhDਆਂ ਇਕਨੋਮਿਕਸ ਦੇ ਵਿੱਚ, ਅਰਥ ਸ਼ਾਸਤਰ ਦੇ ਵਿੱਚ। ਇਹਦੇ ਬਾਰੇ ਤੁਹਾਨੂੰ ਮੈਂ ਇੱਕ ਹੋਰ ਛੋਟੀ ਜਿਹੀ ਘਟਨਾ ਜੋ ਵੋਲਿਊਮ 'ਚ ਪੜ੍ਹੀ ਹੈ, ਮੈਂ ਸਾਂਝੀ ਵੀ ਕਰਦਾ ਰਹਿੰਦਾ ਸਟੇਜਾਂ ਤੋਂ ਵੀ, ਉੱਦਾਂ ਵੀ ਜਿੱਥੇ ਵੀ ਲੋਕਾਂ ਨੂੰ ਮਿਲੀਦਾ ਆ, ਕਿ ਬਾਬਾ ਸਾਹਿਬ ਜਦੋਂ ਗਏ ਆ ਬੜੌਦਾ ਮਹਾਰਾਜਾ ਦੇ ਕੋਲ ਸਕਾਲਰਸ਼ਿਪ ਲੈਣ ਵਾਸਤੇ, ਤੇ ਬੜੌਦਾ ਮਹਾਰਾਜਾ ਨੇ ਸਵਾਲ ਕੀਤਾ ਬਾਬਾ ਸਾਹਿਬ ਨੂੰ ਕਿ ਤੁਸੀਂ ਸਕਾਲਰਸ਼ਿਪ ਲੈਣ ਵਾਸਤੇ ਆਏ ਆ, ਤੁਸੀਂ ਵਿਦੇਸ਼ ਪੜ੍ਹਨਾ ਜਾਣਾ ਚਾਹੁੰਦੇ ਹੋ ਸਕਾਲਰਸ਼ਿਪ ਲੈ ਕੇ, ਤੁਸੀਂ ਕਿਹੜਾ ਵਿਸ਼ਾ ਪੜ੍ਹਨਾ ਚਾਹੁੰਦੇ ਹੋ? ਤੇ ਬਾਬਾ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਮੈਂ 3 ਵਿਸ਼ੇ ਪੜ੍ਹਨੇ ਚਾਹੁੰਦਾ ਹਾਂ, ਸੋਸ਼ੀਓਲੋਜੀ, ਇਕਨੋਮਿਕਸ ਤੇ ਪਬਲਿਕ ਫਾਈਨਾਂਸ। ਔਰ ਫਿਰ ਬੜੌਦਾ ਮਹਾਰਾਜਾ ਕਹਿੰਦੇ ਆ ਵੀ ਇਹ ਵਿਸ਼ੇ ਤੁਸੀਂ ਕਿਉਂ ਪੜ੍ਹਨਾ ਚਾਹੁੰਦੇ ਹੋ? ਬਾਬਾ ਸਾਹਿਬ ਕਹਿੰਦੇ ਆ ਕਿ ਇਹ ਵਿਸ਼ੇ ਮੈਂ ਇਸ ਕਰਕੇ ਪੜ੍ਹਨਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਪੜ੍ਹ ਕੇ ਆ ਕੇ ਮੈਂ ਆਪਣੇ ਸਮਾਜ ਦੀ ਭਲਾਈ ਲਈ ਇਹਨਾਂ ਦਾ ਇਸਤੇਮਾਲ ਕਰ ਸਕਦਾ ਹਾਂ। ਤੇ ਬੜੌਦਾ ਮਹਾਰਾਜਾ ਉਹਨਾਂ ਨੂੰ ਸਵਾਲ ਕਰਦੇ ਆ ਕਿ ਤੁਹਾਨੂੰ ਪਤਾ ਹੈ ਸਕਾਲਰਸ਼ਿਪ ਜਿਹੜੀ ਤੁਸੀਂ ਮੇਰੇ ਕੋਲ ਅਪਲਾਈ ਕੀਤੀ ਹੈ, ਇਹਦੇ ਵਿੱਚ ਇੱਕ ਸ਼ਰਤ ਹੈ, ਕੰਡੀਸ਼ਨ ਹੈ ਕਿ ਤੁਸੀਂ ਜਦੋਂ ਪੜ੍ਹ ਕੇ ਵਾਪਸ ਆਉਣਾ ਹੈ, ਤੁਸੀਂ ਮੇਰੇ ਬੜੌਦਾ ਰਾਜ ਦੇ ਵਿੱਚ ਮੇਰੇ ਕੋਲ ਨੌਕਰੀ ਕਰਨੀ ਹੈ। ਤੇ ਤੁਸੀਂ ਆਪਣੇ ਸਮਾਜ ਦੀ ਭਲਾਈ ਕਿੱਦਾਂ ਕਰੋਗੇ? ਤੁਹਾਨੂੰ ਤਾਂ ਕੰਮ ਮੇਰੇ ਲਈ ਕਰਨਾ ਪਏਗਾ, ਮੇਰੇ ਕਰਨਾ ਪਏਗਾ, ਹਨਾ? ਤੇ ਬਾਬਾ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਅੱਛੇ ਨੇਕ ਇਨਸਾਨ ਰਾਜਾ ਹੋ, ਮਹਾਰਾਜਾ ਹੋ, ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੈਨੂੰ ਤੁਹਾਡੇ ਕੋਲ ਮੈਂ ਜੌਬ ਵੀ ਕਰਾਂਗਾ, ਪਰ ਤੁਸੀਂ ਨਾਲ ਦੀ ਨਾਲ ਮੈਨੂੰ ਆਪਣੇ ਸਮਾਜ ਦੀ ਸੇਵਾ ਕਰਨ ਦਾ ਵੀ ਮੌਕਾ ਦਿਓ। ਤੇ ਉਹ ਬੜਾ ਖੁਸ਼ ਹੋਏ, ਉਹਨਾਂ ਨੇ ਫਿਰ ਸਕਾਲਰਸ਼ਿਪ ਬਾਬਾ ਸਾਹਿਬ ਨੂੰ ਦਿੱਤੀ। ਔਰ ਬਾਬਾ ਸਾਹਿਬ ਨੇ ਪਬਲਿਕ ਫਾਈਨਾਂਸ, ਇਕਨੋਮਿਕਸ ਹੀ ਪੜ੍ਹਿਆ ਉੱਥੇ ਜਾ ਕੇ। ਉਹਨਾਂ ਦੀ MA ਵੀ ਇਕਨੋਮਿਕਸ ਹੈ, ਉਹਨਾਂ ਦੀ PhD ਇਕਨੋਮਿਕਸ ਹੈ। ਫਿਰ ਉਹ ਇੰਡੀਆ ਆਏ ਔਰ ਫਿਰ ਇੰਗਲੈਂਡ ਪੜ੍ਹਨ ਵਾਸਤੇ ਗਏ। ਇੰਗਲੈਂਡ ਦੇ ਵਿੱਚ ਵੀ ਉਹਨਾਂ ਨੇ MSc ਇਕਨੋਮਿਕਸ ਔਰ DSc ਇਕਨੋਮਿਕਸ, ਜਿਹੜੀ PhD ਤੋਂ ਬਾਅਦ ਅਗਲੀ PhD ਕੀਤੀ ਜਾਂਦੀ ਆ, ਉਹ ਫਿਰ ਇਕਨੋਮਿਕਸ 'ਚ ਕੀਤੀ। ਮੈਨੂੰ ਲੱਗਦਾ ਇਹ ਗੱਲ ਹਜੇ ਤੱਕ ਸਮਾਜ ਦੇ ਵਿੱਚ ਨਹੀਂ ਪਹੁੰਚ ਸਕੀ ਕਿ ਬਾਬਾ ਸਾਹਿਬ ਨੇ ਮੁੱਖ ਤੌਰ ਤੇ ਆਪਣੀ ਸਮਾਜ ਦੀ ਭਲਾਈ ਲਈ ਜਿਹੜੀ ਪੜ੍ਹਾਈ ਪੜ੍ਹੀ ਆ, ਉਹ ਅਰਥ ਸ਼ਾਸਤਰ ਦੀ ਹੈ, ਇਕਨੋਮਿਕਸ ਦੀ ਆ। ਕਿਉਂਕਿ ਬਾਬਾ ਸਾਹਿਬ ਇਹ ਜਾਣਦੇ ਆ ਕਿ ਸਾਡੀਆਂ ਜਿੰਨੀਆਂ ਵੀ ਸਮੱਸਿਆਵਾਂ ਆ, ਉਹਨਾਂ ਦੇ ਪਿੱਛੇ ਇੱਕ ਵੱਡਾ ਕਾਰਨ ਸਾਡੀ ਆਰਥਿਕ ਕਮਜ਼ੋਰੀ, ਸਾਡੀ ਗਰੀਬੀ ਵੀ ਆ। ਜਦੋਂ ਤੱਕ ਅਸੀਂ ਉਹਨੂੰ ਨਹੀਂ ਦੂਰ ਕਰ ਸਕਦੇ, ਅਸੀਂ ਆਪਣੇ ਸਮਾਜ ਨੂੰ ਆਜ਼ਾਦ ਨਹੀਂ ਕਰਵਾ ਸਕਦੇ। ਤੇ ਬਾਬਾ ਸਾਹਿਬ ਨੇ ਜਦੋਂ ਐਜੂਕੇਸ਼ਨ ਪ੍ਰਾਪਤ ਕਰ ਲਈ, ਉਹਨਾਂ ਨੇ ਬੜੌਦਾ ਦੇ ਰਾਜੇ ਦੇ ਕੋਲ ਜੌਬ ਕਰਨ ਦੀ ਵੀ ਉਹਨਾਂ ਨੇ ਵਾਅਦਾ ਕੀਤਾ ਸੀ। ਕੀ ਆ ਕੇ ਫਿਰ ਜੌਬ ਕਰਦੇ ਕਰਦੇ ਉਹਨਾਂ ਨੇ ਸਮਾਜ ਦਾ ਕਲਿਆਣ ਕਰਨ ਦੇ ਲਈ ਕਿਵੇਂ ਸੰਘਰਸ਼ ਵਿੱਢਿਆ ਉਹਨਾਂ ਨੇ?
ਦੇਖੋ ਜੀ ਆ ਤਾਂ ਪਹਿਲਾਂ ਵੀ ਆਪਾਂ ਥੋੜੇ ਚਿਰ ਪਹਿਲਾਂ ਇਹ ਗੱਲ ਜ਼ਿਕਰ ਕਰ ਰਹੇ ਸੀ ਵੀ ਜਦੋਂ ਉਹਨਾਂ ਨੇ ਵਾਪਸ ਆ ਕੇ ਬੜੌਦਾ ਮਹਾਰਾਜਾ ਕੋਲ ਜੌਬ ਕਰਨ ਦੀ ਕੋਸ਼ਿਸ਼ ਮਤਲਬ ਕੀਤੀ, ਵਿਤਕਰਾ ਤਾਂ ਉਹਨਾਂ ਨਾਲ ਹੋਇਆ, ਉਹਨਾਂ ਨਾਲ ਉੱਥੇ ਵਿਤਕਰਾ ਹੋਇਆ, ਉਹ ਤਾਂ ਹੋਇਆ। ਹਾਂ। ਸੰਘਰਸ਼ ਕੀ ਸੀ? ਸੰਘਰਸ਼ ਤਾਂ ਫਿਰ ਜਦੋਂ ਉਹਨਾਂ ਨੂੰ ਰਹਿਣ ਦੇ ਵਾਸਤੇ ਉਹ ਘਟਨਾ ਘਟੀ, ਪਾਰਸੀਆਂ ਨੇ ਤੇ ਉੱਥੇ ਲੋਕਾਂ ਨੇ ਆ ਕੇ ਉਹਨਾਂ ਨੂੰ ਕੱਢਤਾ ਉਸ ਧਰਮਸ਼ਾਲਾ ਦੇ ਵਿੱਚੋਂ। ਫਿਰ ਬਾਬਾ ਸਾਹਿਬ ਨੇ ਉੱਥੇ ਸੰਕਲਪ ਲਿਆ, ਜਿਹੜੀ ਸੰਕਲਪ ਭੂਮੀ ਵੀ ਬਣੀ ਹੋਈ ਹੈ ਬੜੌਦਾ ਦੇ ਵਿੱਚ, ਜਿੱਥੇ ਬੈਠ ਕੇ ਬਾਬਾ ਸਾਹਿਬ ਨੇ ਸੰਕਲਪ ਲਿਆ ਕਿ ਹੁਣ ਮੈਂ ਸਾਰੀ ਉਮਰ ਆਪਣੇ ਸਮਾਜ ਦੀ ਬਿਹਤਰੀ ਲਈ ਹੀ ਕੰਮ ਕਰਾਂਗਾ, ਹਨਾ। ਇਹਨਾਂ ਦੇ ਜਿਹੜੇ ਅਧਿਕਾਰ ਆ ਉਹ ਇਹਨਾਂ ਨੂੰ ਦਵਾਵਾਂਗਾ। ਇਹਨਾਂ ਦੇ ਅੰਦਰ ਜੋ ਆਰਥਿਕ ਪਿਛੜਾ ਬਣਿਆ, ਜੋ ਸਿੱਖਿਆ ਪੱਖੋਂ ਜਿਹੜਾ ਇਹ ਪਿਛੜਾ ਬਣਿਆ, ਜਾਂ ਹੋਰ ਜਿਹੜੀਆਂ ਵੀ ਕਮਜ਼ੋਰੀਆਂ ਆ ਉਹਨਾਂ ਨੂੰ ਦੂਰ ਕਰਨ ਵਾਸਤੇ ਮੈਂ ਕੰਮ ਕਰਾਂਗਾ। ਤੇ ਉਹਨਾਂ ਨੇ ਕਈ ਸੰਗਠਨ ਬਣਾਏ, ਕਈ ਮੀਡੀਆ ਅਖਬਾਰ ਸ਼ੁਰੂ ਕੀਤੇ, ਜਿਸ ਵੀ ਤਰੀਕੇ ਨਾਲ ਸਮਾਜ ਦੀ ਮਦਦ ਹੋ ਸਕਦੀ ਆ ਉਹਨਾਂ ਨੇ ਅੱਗੇ ਹੋ ਕੇ ਉਹ ਕਰਨ ਦੀ ਕੋਸ਼ਿਸ਼ ਕੀਤੀ। ਇੱਥੇ ਬੜੌਦਾ ਦੇ ਅੰਦਰ ਜਿਹੜਾ ਸੰਕਲਪ ਲਿਆ ਸੀ ਉਹਨਾਂ ਨੇ, ਹਾਂਜੀ, ਉਹਦਾ ਥੋੜਾ ਜਿਹਾ ਨਾਲ ਟੱਚ ਕਰ ਲਈ। ਉਸ ਵੇਲੇ ਉਹਨਾਂ ਨੇ ਕੋਈ ਇਦਾਂ ਦਾ ਸਮਾਜ ਨੂੰ ਦਰਸਾਉਣ ਲਈ, ਸਮਾਜ ਨੂੰ ਰਾਹ ਦੱਸਣ ਲਈ, ਸਮਾਜ ਨੂੰ ਦੱਸਣ ਦੇ ਲਈ ਕੋਈ ਇਦਾਂ ਦਾ ਵੀ ਉਹਨਾਂ ਨੇ ਕੀਤਾ ਸੀਗਾ ਵੀ ਤਾਂ ਨੂੰ ਹੱਥ ਕਰਕੇ, ਜਿਵੇਂ ਇਹ ਗੱਲ ਕਹਿ ਲਈਏ ਵੀ ਉਸ ਵੇਲੇ ਦੇ ਸਿਸਟਮ ਦੇ ਮੁਤਾਬਕ ਵੀ ਅਸੀਂ ਰੋਜ਼ ਅਰਦਾਸਾਂ ਬੇਨਤੀਆਂ ਰੋਜ਼ ਅਸੀਂ ਕਰਦੇ ਹੈਗੇ ਆ, ਵੀ ਕੋਈ ਸਾਡੇ ਨਾਲ ਖੜਨ ਨੂੰ ਤਿਆਰ ਨਹੀਂ ਹੈ, ਕੋਈ ਦੇਵੀ ਦੇਵਤਾ, ਕੋਈ ਰੱਬ ਨਾਮ ਦੀ ਚੀਜ਼, ਇਦਾਂ ਦਾ ਵੀ ਸੰਕਲਪ ਲਿਆ ਸੀਗਾ? ਦੇਖੋ ਜੀ ਇਹਦੇ ਬਾਰੇ ਤਾਂ ਮੈਨੂੰ ਨਹੀਂ ਜਾਣਕਾਰੀ ਹੈ, ਪਰ ਅਸੀਂ ਇਹ ਸੁਣਦੇ ਆ, ਮੈਂ ਕਦੇ ਮੌਕਾ ਮਿਲਿਆ ਮੈਂ ਉਹ ਜਗ੍ਹਾ ਜਾ ਕੇ ਵੀ ਆਉਣੀ ਆ ਬੜੌਦਾ ਦੇ ਵਿੱਚ, ਤੇ ਇਹ ਅਸੀਂ ਸੁਣਦੇ ਆ ਕਿ ਬਾਬਾ ਸਾਹਿਬ ਉੱਥੇ ਰੋਏ ਸੀਗੇ ਉਸ ਜਗ੍ਹਾ ਬੈਠ ਕੇ। ਉਹਨਾਂ ਨੂੰ ਇੰਨੀ ਤਕਲੀਫ ਹੋਈ ਕਿ ਮੈਂ ਇੰਨੀ ਮਿਹਨਤ ਕੀਤੀ, ਮੈਂ ਇੰਨਾ ਪੜ੍ਹ ਕੇ ਆਇਆ ਔਰ ਇੱਥੇ ਮੈਨੂੰ ਰਹਿਣ ਤੱਕ ਨਹੀਂ ਦਿੱਤਾ ਜਾ ਰਿਹਾ, ਮੈਂ ਜੌਬ ਕਰ ਰਿਹਾ ਆ ਤਾਂ ਮੇਰੇ ਤੋਂ ਥੱਲੇ ਜੂਨੀਅਰ ਸਟਾਫ ਹੈ ਜਿਹੜਾ ਫਾਈਲਾਂ ਤੱਕ ਮੈਨੂੰ ਸਿੱਟ ਕੇ ਦਿੰਦਾ ਆ, ਹਨਾ। ਵੀ ਇਹ ਇੰਨਾ ਅਪਮਾਨ ਇੱਕ ਇੰਨੇ ਵੱਡੇ ਮੁਕਾਮ ਤੱਕ ਪਹੁੰਚ ਚੁੱਕੇ ਬੰਦੇ ਨੂੰ ਝੱਲਣਾ ਪੈ ਰਿਹਾ ਆ, ਤਾਂ ਮੇਰੇ ਜਿਹੜੇ ਆਮ ਲੋਕ ਆ ਸਮਾਜ ਦੇ ਨਾਲ, ਉਹਨਾਂ ਨਾਲ ਰੋਜ਼ ਕੀ ਕੁਝ ਹੁੰਦਾ ਹੋਏਗਾ, ਉਹਨਾਂ ਦੇ ਹਾਲਾਤ ਕੀ ਹੋਣਗੇ। ਤੇ ਬਾਬਾ ਸਾਹਿਬ ਇਹ ਸਾਰੀਆਂ ਗੱਲਾਂ ਸੋਚਦੇ ਸੋਚਦੇ ਕਹਿੰਦੇ ਆ ਵੀ ਉਸ ਪਾਰਕ 'ਚ ਬੈਠੇ ਰੋਏ ਸੀਗੇ, ਔਰ ਫਿਰ ਉਹਨਾਂ ਨੇ ਉੱਥੋਂ ਤਹੀਆ ਕੀਤਾ ਕਿ ਮੈਂ ਹੁਣ ਇਸ ਜੋ ਜਾਤ ਪਾਤ ਦੀ ਬਿਮਾਰੀ ਆ ਇਹਨੂੰ ਦੂਰ ਕਰਨ ਦੇ ਲਈ ਹੀ ਮੈਂ ਹੁਣ ਆਪਣਾ ਜੀਵਨ ਕੁਰਬਾਨ ਕਰਾਂਗਾ। ਵੈਸੇ ਤਾਂ ਬਾਬਾ ਸਾਹਿਬ ਜੇ ਵਿਦੇਸ਼ੋਂ ਪੜ੍ਹ ਕੇ ਆਏ, ਉਹਦੇ ਤੇ ਆਪਾਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੇ, ਨਾ ਕਰਨੀ ਹੈਗੀ ਆ, ਤੇ ਉੱਥੋਂ ਸਮਾਜ ਤੇ ਵੀ ਉਹਨਾਂ ਨੇ ਨਿਗਾਹ ਮਾਰੀ ਵੀ ਸਾਡਾ ਸਮਾਜ ਗਰੀਬ ਕਿਉਂ ਹੈ, ਹਾਂਜੀ, ਉਹ ਆਰਥਿਕ ਕਮਜ਼ੋਰ ਕਿਉਂ ਆ, ਕਿਵੇਂ ਲੱਗਿਆ ਉਹਨਾਂ ਨੂੰ ਸਮਾਜ ਦਾ? ਦੇਖੋ ਜੀ ਸਮਾਜ ਦੇ ਬਾਰੇ ਜੋ ਉਹਨਾਂ ਨੇ ਉਸ ਵੇਲੇ ਦੇ ਹਾਲਾਤਾਂ ਦੇ, ਆਪਾਂ ਇੱਥੇ ਅੱਜ ਦੇ ਹਾਲਾਤਾਂ ਤੇ ਵੀ ਚੱਲਾਂਗੇ। ਹਾਂਜੀ, ਉਦੋਂ ਦਾ ਜੋ ਉਹਨਾਂ ਨੇ ਹਾਲਾਤ ਦੇਖੇ 1916 ਦੇ ਵਿੱਚ ਉਹ ਗਏ ਆ, ਪਹਿਲਾਂ PhD ਕੀਤੀ ਆ 1922 ਦੇ ਵਿੱਚ, ਬਾਅਦ ਚ ਉਹਨਾਂ ਨੇ ਇੰਗਲੈਂਡ ਤੋਂ ਕੀਤੀ ਆ। ਉਸ ਸਮੇਂ 'ਚ ਉਹਨਾਂ ਨੇ ਦੇਖਿਆ ਵੀ ਸਾਡੇ ਸਮਾਜ ਦੇ ਕੋਲ ਆਰਥਿਕ ਤਰੱਕੀ ਕਰਨ ਦੇ, ਪੈਸੇ ਨੂੰ ਜ਼ਿਆਦਾ ਤੋਂ ਜ਼ਿਆਦਾ ਸਰਮਾਇਆ ਕਮਾਉਣ ਦੇ ਸਾਰੇ ਰਾਸਤੇ ਇਸ ਬ੍ਰਾਹਮਣਵਾਦੀ ਸਿਸਟਮ ਨੇ ਬੰਦ ਕੀਤੇ ਹੋਏ। ਕਿਉਂਕਿ ਜੇ ਤੁਸੀਂ ਆਰਥਿਕ ਤੌਰ ਤੇ ਸੰਪੰਨ ਹੋਣਾ, ਤਰੱਕੀ ਕਰਨੀ ਆ, ਤੇ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਕੋਲ ਐਜੂਕੇਸ਼ਨ, ਸਿੱਖਿਆ ਹੋਣੀ ਚਾਹੀਦੀ ਹੈ। ਸਿੱਖਿਆ ਤੋਂ ਸਾਡੇ ਸਮਾਜ ਨੂੰ ਵਾਂਝਾ ਕਰਤਾ ਗਿਆ। ਦੂਸਰਾ ਤਰੀਕਾ ਕੀ ਹੁੰਦਾ ਆ ਕਿ ਤੁਸੀਂ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਹੋ, ਤੁਸੀਂ ਕੋਈ ਬਿਜ਼ਨਸ ਵਪਾਰ ਕਰੋ, ਉਹਦੇ ਨਾਲ ਅਰਥ ਜਿਹੜਾ ਪੈਸਾ ਆ, ਸਰਮਾਇਆ ਸਮਾਜ 'ਚ ਪਰਿਵਾਰਾਂ 'ਚ ਹੁੰਦਾ। ਸਾਡੇ ਸਮਾਜ ਦੇ ਨਾਲ ਖਾਸ ਕਰ ਐਸੀ ਭਾਈਚਾਰੇ ਦੇ ਨਾਲ ਜਿਹੜੀ ਛੂਆ-ਛੂਤ ਹੁੰਦੀ ਸੀਗੀ, ਜਿਹਦੇ ਬਾਰੇ ਬਾਬਾ ਸਾਹਿਬ ਨੇ ਲਿਖਿਆ ਵੀ ਆ ਕਿ ਜੇ ਇਹ ਲੋਕ ਕੋਈ ਮੰਨ ਲਓ ਬਿਜ਼ਨਸ ਸ਼ੁਰੂ ਵੀ ਕਰਦੇ ਆ, ਜਿੱਦਾਂ ਹੀ ਦੂਜਿਆਂ ਲੋਕਾਂ ਨੂੰ ਪਤਾ ਲੱਗਦਾ ਹੈ ਵੀ ਇਸ ਭਾਈਚਾਰੇ ਤੋਂ ਆਉਂਦੇ, ਇਸ ਜਾਤ ਤੋਂ ਆਉਂਦੇ ਆ, ਉਹ ਕਹਿੰਦੇ ਅਸੀਂ ਤਾਂ ਇਹਨਾਂ ਦੀ ਦੁਕਾਨ ਤੇ ਜਾ ਹੀ ਨਹੀਂ ਸਕਦੇ, ਇਹਨਾਂ ਤੋਂ ਸਮਾਨ ਹੀ ਨਹੀਂ ਲੈ ਸਕਦੇ। ਉਸ ਵੇਲੇ ਇਦਾਂ ਦੇ ਹਾਲਾਤ ਸੀ, ਇਦਾਂ ਦੇ ਹਾਲਾਤ ਸੀਗੇ। ਤਾਂ ਇਸ ਕਰਕੇ ਉਹਨਾਂ ਨੂੰ ਇਹ ਸਮਝ ਆਈ ਵੀ ਇਹਨਾਂ ਦੀ ਆਰਥਿਕ ਤਰੱਕੀ ਕਰਨ ਦੇ ਜਿੰਨੇ ਵੀ ਰਾਸਤੇ ਉਹ ਪੂਰੇ ਦੇ ਪੂਰੇ ਬੰਦ ਕੀਤੇ ਹੋਏ ਆ। ਜਦ ਤੇ ਅਸੀਂ ਇਹਨਾਂ ਨੂੰ ਨਹੀਂ ਖੋਲਦੇ, ਆਰਥਿਕ ਤਰੱਕੀ ਖੁਸ਼ਹਾਲੀ ਇਹਨਾਂ ਦੇ ਵਿੱਚ ਨਹੀਂ ਆ ਸਕਦੀ। ਤੇ ਉਸ ਕਰਕੇ ਖਾਸ ਕਰਕੇ ਸ਼ੈਡਿਊਲਡ ਕਾਸਟ ਵਰਗ ਦੇ ਵਿੱਚ ਜਿੰਨੀਆਂ ਵੀ ਬਰਾਦਰੀਆਂ ਜਾਤਾਂ ਆਉਂਦੀਆਂ, ਕੀ ਸੱਚ ਹੈ ਕਿ ਉਸ ਵੇਲੇ ਪੜ੍ਹਾਈ ਦੇ ਅਧਿਕਾਰ ਨਹੀਂ ਸੀਗੇ? ਦੇਖੋ ਜੀ ਪੜ੍ਹਾਈ ਦੇ ਅਧਿਕਾਰ ਤਾਂ ਜਿੱਦਾਂ ਜੋਤੀਰਾਓ ਫੂਲੇ ਜੀ ਦੇ ਸੰਘਰਸ਼ ਤੋਂ ਬਾਅਦ ਸਾਡੇ ਲੋਕਾਂ ਨੂੰ ਮਿਲਣੇ ਸ਼ੁਰੂ ਹੋਏ। ਅੰਗਰੇਜ਼ਾਂ ਨੇ ਕੁਝ ਅਧਿਕਾਰ ਦੇਣੇ ਵੀ ਸ਼ੁਰੂ ਕੀਤੇ, ਪਰ ਫਿਰ ਵੀ ਸਾਡੇ ਸਮਾਜ ਦੇ ਵਿੱਚ ਬਾਬਾ ਸਾਹਿਬ ਜਦੋਂ ਪੜ੍ਹ ਰਹੇ ਸੀ, ਜਦੋਂ ਉਹਨਾਂ ਦਾ ਬਚਪਨ, ਉਹ ਜਵਾਨ ਹੋ ਰਹੇ ਸੀ, ਉਸ ਸਮੇਂ ਤੱਕ ਵੀ ਜਿੱਦਾਂ ਤੁਹਾਨੂੰ ਪਤਾ ਹੋਵੇਗਾ ਕਿ ਬਾਬਾ ਸਾਹਿਬ ਆਪਣੇ ਸਮਾਜ ਦੇ ਪਹਿਲੇ ਸੀ ਜਿਨ੍ਹਾਂ ਨੇ ਮੈਟ੍ਰਿਕ ਕੀਤੀ ਸੀ। ਤੁਸੀਂ ਇਹ ਘਟਨਾ ਸੁਣੀ ਹੋਏਗੀ ਕਿ ਜਦੋਂ ਉਹਨਾਂ ਨੇ 10ਵੀਂ ਪਾਸ ਕੀਤੀ
ਤੇ ਉਹਦੇ ਸਨਮਾਨ ਦੇ ਉਹਨਾਂ ਦੇ ਸਨਮਾਨ 'ਚ ਇੱਕ ਪ੍ਰੋਗਰਾਮ ਕੀਤਾ ਗਿਆ ਹਨਾ, ਜਿਹਦੇ ਵਿੱਚ ਇੱਕ ਪ੍ਰੋਫੈਸਰ ਨੇ ਆ ਕੇ ਉਹਨਾਂ ਨੂੰ ਇੱਕ ਕਿਤਾਬ ਤਥਾਗਤ ਬੁੱਧ ਦੀ ਜੀਵਨੀ ਜਿਹੜੀ ਭੇਂਟ ਕੀਤੀ। ਤੇ ਇਹਦਾ ਮਤਲਬ ਹੈ ਕਿ ਉਸ ਸਮੇਂ ਉਹ ਸਮਾਜ ਦੇ ਪਹਿਲੇ ਸ਼ਖਸ ਸੀ ਜਿਨ੍ਹਾਂ ਨੇ 10ਵੀਂ ਕੀਤੀ ਸੀਗੀ। ਤੇ ਸਾਡੇ ਸਮਾਜ ਦੀ ਪੜ੍ਹਾਈ ਦਾ ਉੱਥੇ ਕੀ ਪੱਧਰ ਹੋਏਗਾ ਆਪਾਂ ਇਹਦੇ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਲੋਕ ਉਸ 1910 ਦੇ ਕਰੀਬ ਤੱਕ ਕੋਈ ਮੈਟ੍ਰਿਕ ਵੀ ਨਹੀਂ ਸੀ ਕੀਤਾ ਹੋਇਆ ਮਹਾਰਾਸ਼ਟਰ ਦੇ ਵਿੱਚ, ਉਹ ਵੀ ਬੰਬੇ ਵਰਗੇ ਇਲਾਕੇ 'ਚ ਜਿੱਥੇ ਐਜੂਕੇਸ਼ਨ ਆਲਰੇਡੀ ਜ਼ਿਆਦਾ ਆ, ਕਿਉਂਕਿ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਐਜੂਕੇਸ਼ਨ ਦੇ ਅਦਾਰੇ ਬੰਬੇ, ਕਲਕੱਤਾ, ਮਦਰਾਸ ਇਹਨਾਂ ਸ਼ਹਿਰਾਂ 'ਚ ਹੀ ਖੋਲੇ ਸੀ। ਇਹ ਬਾਬਾ ਸਾਹਿਬ ਦੇ ਆਪਾਂ ਜੀਵਨ ਦੀ ਗੱਲ ਕੀਤੀ ਹੈ, ਉਹਨਾਂ ਦੇ ਸੰਘਰਸ਼ ਦੀ ਕੀਤੀ ਹੈ, ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਜੋ ਅਸੀਂ ਦੇਖਦੇ ਹਾਂ ਕਿ ਐਜੂਕੇਸ਼ਨ ਦੇਣੀ ਤਾਂ ਚਾਹੀਦੀ ਸੀ ਸਰਕਾਰਾਂ ਨੂੰ, ਹੈਲਥ ਵੀ ਦੇਣੀ ਚਾਹੀਦੀ ਸੀ, ਸਿੱਖਿਆ ਔਰ ਸਿਹਤ ਸਾਰਿਆਂ ਲੋਕਾਂ ਨੂੰ ਇੱਕੋ ਜੀ, ਪਰ ਉਹ ਨਹੀਂ ਦੇ ਰਹੇ ਆ। ਹੁਣ ਇਹਦੇ ਪਿੱਛੇ ਕੀ ਕਾਰਨ ਆ, ਸਰਕਾਰਾਂ ਕਿਉਂ ਨਹੀਂ ਦੇ ਰਹੀਆਂ, ਇਹਦਾ ਜਵਾਬ ਤਾਂ ਸਰਕਾਰਾਂ ਹੀ ਦੇ ਸਕਦੀਆਂ। ਪਰ ਇਹ ਜ਼ਰੂਰ ਆ ਵੀ ਹਰ ਸਮਾਜ ਨੂੰ ਸਿੱਖਿਆ ਔਰ ਸਿਹਤ ਇਹ ਇੰਨੇ ਜ਼ਰੂਰੀ ਪਹਿਲੂ ਆ ਕਿ ਇਹਨੂੰ ਪੂਰੇ ਦਾ ਪੂਰਾ ਸਰਕਾਰਾਂ ਦੇ ਉੱਪਰ ਛੱਡਣਾ ਵੀ ਠੀਕ ਨਹੀਂ ਹੈਗਾ। ਸਰਕਾਰਾਂ ਇਹ ਸਹੂਲਤਾਂ ਦੇਣ ਇਹ ਤਾਂ ਬਹੁਤ ਅੱਛੀ ਗੱਲ ਹੈ, ਪਰ ਜੇ ਉਹ ਨਹੀਂ ਦੇ ਰਹੀਆਂ, ਜੋ ਅੱਜ ਦਿਖ ਰਹੇ ਆ ਸਾਨੂੰ ਹਾਲਾਤ, ਤੇ ਇਦਾਂ ਦੇ ਹਾਲਾਤਾਂ ਦੇ ਵਿੱਚ ਹਰ ਸਮਾਜ ਨੂੰ ਆਪਣੇ ਸਮਾਜ ਦੇ ਲਈ ਸਿਹਤ ਔਰ ਸਿੱਖਿਆ ਦੇ ਅਦਾਰੇ ਖੜੇ ਕਰਨੇ ਬਹੁਤ ਜ਼ਰੂਰੀ ਆ। ਹੁਣ ਇਹਦੀ ਮਿਸਾਲ ਕੀ ਹੈ, ਤੁਸੀਂ ਗੱਲਾਂ 'ਚ ਪਹਿਲਾਂ ਕਿਹਾ ਵੀ ਕਨਵੈਂਟ ਸਕੂਲਾਂ ਦਾ ਤੁਸੀਂ ਜ਼ਿਕਰ ਕੀਤਾ, ਜਿਹੜੇ ਈਸਾਈ ਮਿਸ਼ਨਰੀ ਆ ਜਾਂ ਸੰਸਥਾਵਾਂ ਆ, ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਕਨਵੈਂਟ ਸਕੂਲਾਂ ਦਾ ਸਿਸਟਮ ਬਣਾਇਆ ਵਾ, ਉਹਨਾਂ ਦੇ ਬੜੇ ਬੜੇ ਹਸਪਤਾਲ ਚੱਲ ਰਹੇ ਆ। ਇਸੇ ਤਰ੍ਹਾਂ ਤੁਸੀਂ ਆਰਿਆ ਸਮਾਜ ਦਾ ਦੇਖ ਲਓ, ਜਾਂ ਸਿੱਖਾਂ ਦੇ ਵੀ ਇੱਥੇ ਤੱਕ ਖਾਲਸਾ ਸਕੂਲ ਕਾਲਜ ਜਾਂ ਸਿੱਖ ਮਿਸ਼ਨਰੀ ਹਸਪੀਟਲ ਚੱਲ ਰਹੇ ਆ। ਮੈਨੂੰ ਲੱਗਦਾ ਕਿ ਬਾਬਾ ਸਾਹਿਬ ਦੀ ਜਿਹੜੀ ਪੀਪਲਸ ਐਜੂਕੇਸ਼ਨ ਸੁਸਾਇਟੀ ਦੀ ਸੋਚ ਸੀਗੀ, ਉਹ ਇਹੀ ਸੀਗੀ ਕਿ ਅਸੀਂ ਆਪਣੇ ਸਮਾਜ ਨੂੰ ਸਿੱਖਿਅਤ ਕਰਨ ਵਾਸਤੇ ਆਪਣੇ ਅਦਾਰੇ ਵੀ ਜ਼ਰੂਰ ਖੜੇ ਕਰੀਏ। ਸਾਨੂੰ ਪੂਰੀ ਦਾ ਪੂਰੀ ਤਰ੍ਹਾਂ ਸਰਕਾਰਾਂ ਦੇ ਉੱਪਰ ਵੀ ਇਹ ਗੱਲ ਨਿਰਭਰ ਨਹੀਂ ਰਹਿਣਾ ਚਾਹੀਦਾ। ਨਿਰਭਰ ਨਹੀਂ ਰਹਿਣਾ ਚਾਹੀਦਾ। ਜੇ ਅੱਜ ਦੇਖੀਏ ਵੀ ਸਮਾਜ ਦੇ ਵਿੱਚ ਕਈ ਵਾਰੀ ਇਦਾਂ ਹੁੰਦੀ ਵੀ ਪਾਕਿਸਤਾਨ ਦੇ ਵਿੱਚ ਹਿੱਸਾ ਜਿਹੜਾ ਭਾਰਤ ਦਾ ਚਲੀ ਗਿਆ, ਸਾਨੂੰ ਦੁੱਖ ਲੱਗਦਾ ਵੀ ਸਾਡਾ ਭਾਰਤ ਦਾ ਹਿੱਸਾ ਸੀ, ਸਾਡਾ ਅੰਗ ਹੈ। ਕਈ ਵਾਰੀ ਅਸੀਂ ਬਹੁਤ ਸਾਰੇ ਗੀਤਾਂ ਫਿਲਮਾਂ ਦੇ ਵਿੱਚ ਜਾਂ ਆਪਸ ਵਿਚਾਰਾਂ ਵੀ ਕਰਦੇ ਹਾਂ ਵੀ ਉਹ ਕਿਤੇ ਕੰਡਿਆਲੀਆਂ ਤਾਰਾਂ ਢਹਿ ਜਾਣਾ, ਲਾ ਦਈਏ ਦੁਬਾਰਾ ਢਹਿ ਜਾਣ। ਪਰ ਇਹ ਉਹ ਢਹਿਣੀਆਂ ਤਾਂ ਦੂਰ ਦੀ ਗੱਲ, ਇਹ ਜਿਹੜੀਆਂ ਦੀਵਾਰਾਂ ਅੱਜ ਐਜੂਕੇਸ਼ਨ ਦੀਆਂ ਪੈ ਰਹੀਆਂ ਨੇ, ਇਹ ਵਿਤਕਰਾ ਪੈ ਰਿਹਾ। ਜਿਵੇਂ ਬੀਤੇ ਸਮੇਂ ਇਹ ਮੌਜੂਦਾ ਸਰਕਾਰ ਦੇ ਵੱਲੋਂ ਇਦਾਂ ਦੀ ਕੁਝ ਭਾਵਨਾਵਾਂ ਸਾਹਮਣੇ ਆਈਆਂ ਵੀ ਨੇ ਵੀ ਉਹ ਜਿਹੜਾ ਵਰਗ ਹੈਗਾ ਆ, ਜਿਹੜੇ ਪਿੱਛੇ ਰਹਿ ਚੁੱਕਾ ਜਾਂ ਉਹਨਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਲੋਕ ਜਿਹੜੇ ਆ, ਇਹ ਗੱਲ ਪੱਕੀ ਹੈ, ਗੌਰਮੈਂਟ ਦਾ ਕਿੱਦਾਂ ਮੁਕਾਬਲਾ ਕਰਨਗੇ? ਜੇ ਨਹੀਂ ਕਰਨਗੇ ਤਾਂ ਉਹਨਾਂ ਨੂੰ ਮੌਕੇ ਕਿੱਥੇ ਮਿਲਣਗੇ? ਜੇ ਮੌਕੇ ਨਹੀਂ ਮਿਲਣਗੇ, ਇਹੀ ਤਾਂ ਚਿੰਤਾ ਬਾਬਾ ਸਾਹਿਬ ਨੇ ਕੀਤੀ ਸੀ ਕਿ ਉਹ ਜਿਹੜਾ ਪਿੱਛੇ ਰਹਿ ਚੁੱਕਾ ਵਰਗ ਹੈ, ਜਿਹਨੂੰ ਐਜੂਕੇਸ਼ਨ ਦੇ ਮੌਕੇ ਨਹੀਂ, ਚੰਗੇ ਘਰਾਂ ਦੇ ਹਾਲਾਤ ਨਹੀਂ, ਚੰਗਾ ਖਾਣ ਪੀਣ ਨੂੰ ਨਹੀਂ ਮਿਲਦਾ, ਚੰਗਾ ਰਹਿਣ ਸਹਿਣ ਨੂੰ ਨਹੀਂ ਮਿਲਦਾ, ਉਹਨੂੰ ਵੀ ਭਾਈ ਆਪਾਂ ਰਾਜ ਸੱਤਾ ਦੇ ਵਿੱਚ ਲੈ ਕੇ ਜਾਣਾ। ਇਹਦਾ ਮਤਲਬ ਉਹਨੂੰ ਗਿਆਨ ਵੀ ਨਹੀਂ ਹੋਏਗਾ ਓਨਾ, ਤੇ ਉਹਦੇ ਕੋਲ ਪੈਸਾ ਵੀ ਨਹੀਂ ਹੋਗਾ ਇਲੈਕਸ਼ਨ ਲਈ, ਉਹ ਵੀ ਰਾਜ ਸੱਤਾ 'ਚ ਨਹੀਂ ਜਾ। ਇਹਦੇ ਵੱਲ ਵੀ ਆਪਾਂ ਜਾਵਾਂਗੇ। ਪਹਿਲਾਂ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ। ਐਜੂਕੇਸ਼ਨ ਜੋ ਬਾਬਾ ਸਾਹਿਬ ਚਾਹੁੰਦੇ ਸੀ ਜਾਂ ਹੋਰ ਵੀ ਸਾਡੇ ਗੁਰੂ ਸਾਹਿਬਾਨ ਤੇ ਰਹਿਬਰ ਸਾਹਿਬਾਨ ਚਾਹੁੰਦੇ ਸੀ, ਬਰਾਬਰਤਾ ਕਿੱਦਾਂ ਆਊਗੀ? ਕੀ ਹੱਲ ਤੁਸੀਂ ਮਹਿਸੂਸ ਕਰਦੇ ਹੋ? ਇਹ ਠੀਕ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਵੱਲੋਂ ਕੁਝ ਆਪਣਾ ਧਾਰਮਿਕ ਪ੍ਰਚਾਰ ਕਰਨ ਦੇ ਲਈ, ਕੁਝ ਐਜੂਕੇਸ਼ਨ ਦੀ ਗੱਲ ਕਰਨ ਦੇ ਲਈ ਉਹਨਾਂ ਨੇ ਚੈਰੀਟੇਬਲ ਸਕੂਲ ਖੋਲੇ ਨੇ। ਕੋਈ ਇਤਰਾਜ਼ ਨਹੀਂ, ਸਾਨੂੰ ਖੋਲੇ ਹੋਣਗੇ, ਪਰ ਵਿਤਕਰਾ ਤਾਂ ਵੱਧਦਾ ਜਾ ਰਿਹਾ। ਇਹ ਕੱਲ ਜਿਹੜਾ ਬੱਚਾ ਇੱਕ ਸਿੱਖੀਜ਼ਮ ਨਾਲ ਸੰਬੰਧਿਤ ਸਕੂਲ ਦੇ ਵਿੱਚ ਪੜ੍ਹਦਾ, ਉਹਦੀ ਭਾਵਨਾ ਹੋਰ ਹੋਏਗੀ। ਜਿਹੜਾ ਪਾਰਸੀਆਂ ਵਾਲੇ ਸਕੂਲ 'ਚ ਪੜ੍ਹਦਾ, ਉਹਦੀ ਭਾਵਨਾ ਹੋਰ ਹੋਏਗੀ। ਤੇ ਜਿਹੜਾ ਮਸੀਤ 'ਚ ਪੜ੍ਹਦਾ, ਉਹਦੀ ਭਾਵਨਾ ਹੋਰ ਹੋਏਗੀ। ਇੱਥੋਂ ਵੀ ਅਸੀਂ ਜਾਂ ਜਾਤ ਪਾਤ ਦਾ, ਅਸੀਂ ਇੱਕ ਇਨਸਾਨੀਅਤ ਜੇ ਮੋਹਰੇ ਲੈ ਕੇ ਆਉਣੀ, ਤੇ ਉੱਥੇ ਵੀ ਆਸ ਨਹੀਂ ਹੱਲ ਰੱਖੀ ਜਾ ਸਕਦੀ। ਸਮਾਂ ਅਸੀਂ ਇਸ ਦੀਵਾਰਾਂ ਨੂੰ ਹੋਰ ਉੱਚੀਆਂ ਤੇ ਮਜ਼ਬੂਤ ਕਰਨ ਤੇ ਨਹੀਂ ਲੱਗਦਾ ਇਹਦਾ ਤੁਹਾਨੂੰ? ਦੇਖੋ ਜੀ, ਇਹਦਾ ਸਹੀ ਤਰੀਕਾ ਤਾਂ ਇਹੀ ਆ ਵੀ ਸਰਕਾਰ ਸਾਰਿਆਂ ਨੂੰ ਇੱਕੋ ਜਿਹੀ ਸਿੱਖਿਆ ਦੇਵੇ, ਜੋ ਕਿ ਵਿਦੇਸ਼ਾਂ 'ਚ ਬਹੁਤ ਸਾਰਿਆਂ ਦੇਸ਼ਾਂ 'ਚ ਚੱਲਦੀ ਆ। ਹੁਣ ਜਿੱਦਾਂ ਮੈਂ ਕੈਨੇਡਾ ਕਾਫੀ ਸਾਲ ਰਿਹਾ, ਉੱਥੇ ਜਿਸ ਇੱਕ ਟਾਊਨ 'ਚ ਮੈਂ ਰਹਿੰਦਾ ਸੀਗਾ, ਤੇ ਉਸ ਟਾਊਨ 'ਚ ਇੱਕ ਸਕੂਲ ਸੀਗਾ। ਜਿਹੜੀ ਗੱਲ ਤੁਸੀਂ ਇੱਥੇ ਪਹਿਲਾਂ ਹੁੰਦੀ ਸੀ ਦੱਸੀ, ਉਹ ਅੱਜ ਵੀ ਉੱਥੇ ਉਹੀ ਚੱਲ ਰਹੀ ਹੈ। ਇੱਕ ਪਿੰਡ ਦੇ ਵਿੱਚ, ਛੋਟੇ ਟਾਊਨ ਦੇ ਵਿੱਚ ਇੱਕ ਸਕੂਲ ਆ। ਉਸ ਪਿੰਡ ਦਾ, ਟਾਊਨ ਦਾ ਸਭ ਤੋਂ ਅਮੀਰ ਪਰਿਵਾਰ ਦਾ ਬੱਚਾ
ਔਰ ਸਭ ਤੋਂ ਗਰੀਬ ਪਰਿਵਾਰ ਦਾ ਬੱਚਾ ਇੱਕ ਸਕੂਲ 'ਚ ਪੜ੍ਹਦਾ। ਇੱਕ ਸਕੂਲ 'ਚ ਆ। ਉਸ ਟਾਊਨ ਦੇ ਇੱਕ ਗੋਰੇ ਨਸਲ ਦਾ ਬੱਚਾ ਔਰ ਇੱਕ ਕਾਲੀ ਨਸਲ ਵਾਲੇ ਦਾ ਬੱਚਾ ਇੱਕ ਸਕੂਲ 'ਚ ਆ। ਉਹਨਾਂ 'ਚ ਆਰਥਿਕ ਗੈਰ ਬਰਾਬਰੀ ਹੈ ਤਾਂ ਵੀ ਇੱਕੋ ਸਕੂਲ 'ਚ ਆ। ਉਹਨਾਂ ਦੇ ਨਸਲੀ ਤੌਰ ਤੇ ਚਲੋ ਜਾਤ ਦਾ ਤਾਂ ਉੱਥੇ ਨਹੀਂ ਇਦਾਂ ਦਾ ਸਿਸਟਮ ਹੈਗਾ, ਪਰ ਨਸਲ ਵਾਲੀ ਗੱਲ ਉੱਥੇ ਵੀ ਹੈਗੀ ਆ, ਕਾਲੇ ਗੋਰੇ ਦੀ, ਹੈ ਨਾ। ਉਹ ਬੱਚੇ ਉਹਨਾਂ ਦੇ ਇੱਕੋ ਹੀ ਜਗ੍ਹਾ ਪੜ੍ਹਦੇ ਆ। ਉਹ ਸਰਕਾਰਾਂ ਸਾਰਿਆਂ ਨੂੰ ਇੱਕੋ ਜਿਹੀ ਸਿੱਖਿਆ ਦੇ ਰਹੀਆਂ। ਜੇ ਇਦਾਂ ਦਾ ਇੱਥੇ ਸਿਸਟਮ ਬਣ ਜਾਏ ਇਹ ਤਾਂ ਬਹੁਤ ਅੱਛੀ ਗੱਲ ਹੈ, ਪਰ ਅਸੀਂ ਤਾਂ ਦੇਖ ਰਹੇ ਹਾਂ ਵੀ ਜਿਹੜਾ ਆਲਰੇਡੀ ਹੈ ਕਿ ਚੱਲ ਵੀ ਰਿਹਾ ਸੀਗਾ ਉਹਨੂੰ ਹੋਰ ਮਜ਼ਬੂਤ ਤਾਂ ਕੀ ਕਰਨਾ ਹੈ ਇੱਥੇ, ਉਹਨੂੰ ਵੀ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ। ਇਸ ਕਰਕੇ ਇਦਾਂ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਆ ਕਿ ਇਹ ਗੱਲ ਤੁਹਾਡੀ ਸਹੀ ਹੈ ਵੀ ਜੇ ਸਾਰੇ ਅਲੱਗ-ਅਲੱਗ ਆਪਣੇ ਆਪਣੇ ਅਦਾਰੇ ਖੜੇ ਕਰਨਗੇ ਤਾਂ ਆਪਣੀਆਂ ਜਿਹੜੀਆਂ ਵਿਚਾਰਧਾਰਾ ਆ ਜਾਂ ਆਪਣਾ ਜਿਹੜਾ ਉਹਨਾਂ ਦਾ ਕਲਚਰ ਆ ਉਹਨੂੰ ਵੀ ਨਾਲ ਦੀ ਨਾਲ ਬੱਚਿਆਂ ਨੂੰ ਸਿਖਾਉਣਗੇ, ਜਿਹਦੇ ਨਾਲ ਇੱਕ ਵਖਰੇਵਾਂ ਵੀ ਹੋ ਸਕਦਾ ਹੈ। ਪਰ ਦੂਜੇ ਪਾਸੇ ਸਾਡੇ ਕੋਲ ਬਾਬਾ ਸਾਹਿਬ ਦਾ ਇੱਕ ਸਿਧਾਂਤ ਆ ਜਿਹੜਾ ਮਨੁੱਖਤਾ ਦੀ ਬਰਾਬਰਤਾ ਦੀ ਗੱਲ ਕਰਦਾ ਆ। ਔਰ ਬਾਬਾ ਸਾਹਿਬ ਨੇ ਜਿੱਥੇ ਵੀ ਗੱਲ ਕੀਤੀ ਹੈ ਤੁਹਾਨੂੰ ਪਤਾ ਆ ਆਪਾਂ ਸਾਹਿਬ ਨੂੰ ਕਿ ਉਹ ਸਾਰਿਆਂ ਦੇ ਲਈ ਸਾਂਝੀ ਗੱਲ ਕੀਤੀ ਹੈ। ਇਸ ਕਰਕੇ ਉਹਨਾਂ ਨੇ ਜਿਹੜਾ ਕਹਿ ਲਓ ਬਈ ਆਪਣੇ ਐਜੂਕੇਸ਼ਨ ਦੇ ਸਿਸਟਮ ਦੇ ਤੌਰ ਤਰੀਕੇ ਕਾਨੂੰਨ ਬਣਾਏ ਆ ਜਿਹੜੇ ਕਿ ਵੋਲਿਊਮਾਂ ਦੇ ਵਿੱਚ ਵੀ ਮਿਲਦੇ ਆ ਸਾਨੂੰ, ਉਹ ਸਾਰੇ ਇਦਾਂ ਦੇ ਨਹੀਂ ਹੈਗੇ ਕਿ ਕੋਈ ਗੈਰ ਬਰਾਬਰੀ ਖੜੀ ਕਰਨ। ਉਹ ਤਾਂ ਸਾਰਿਆਂ ਨੂੰ ਇੱਕੋ ਜਿਹੀ ਨਿਗਾਹ ਨਾਲ ਦੇਖਣ ਵਾਲੇ। ਇਸ ਕਰਕੇ ਉਹਦੇ ਤੇ ਜੋ ਅੱਜ ਦੇ ਹਾਲਾਤ ਬਣੇ ਆ ਮੈਨੂੰ ਲੱਗਦਾ ਉਹਦੇ ਤੇ ਸਾਨੂੰ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ, ਖਾਸ ਕਰ ਇਧਰਲੇ ਨਾਰਥ ਇੰਡੀਆ ਦੇ ਪੰਜਾਬ ਦੇ ਇਲਾਕੇ। ਉਧਰ ਤਾਂ ਲੋਕ ਮਹਾਰਾਸ਼ਟਰ ਚ ਔਰ ਸਾਊਥ ਇੰਡੀਆ ਚ ਉੱਥੇ ਕੰਮ ਕਰ ਰਹੇ। ਪੰਜਾਬ ਦੇ ਵਿੱਚ ਜਿਹੜੇ ਅੱਜ ਐਜੂਕੇਸ਼ਨ ਦਾ ਪਾੜਾ ਵਧਿਆ ਹੈ, ਮੈਂ ਮਹਿਸੂਸ ਹੀ ਕਰਨਾ ਵੀ ਸਾਨੂੰ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਵੱਖ-ਵੱਖ ਚੈਰੀਟੇਬਲ ਸਕੂਲ ਨਹੀਂ ਬਣਾਉਣੇ ਚਾਹੀਦੇ। ਸਾਨੂੰ ਸਰਕਾਰ ਦੇ ਨਾਲ ਬੈਠ ਕੇ ਡਿਸਕਸ ਕਰਨੀ ਚਾਹੀਦੀ ਔਰ ਦਬਾਅ ਬਣਾਉਣਾ ਚਾਹੀਦਾ ਵੀ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੀ ਅੱਛੀ ਹਾਲਾਤ ਬਣਾਓ, ਹਾਲਾਤ ਉਹਨਾਂ ਦੇ ਵਧੀਆ ਬਣਾਓ ਤਾਂ ਕਿ ਉੱਥੇ ਹਰੇਕ ਦਾ ਬੱਚਾ ਪੜ੍ਹੇ। ਔਰ ਪੰਜਾਬ ਦੇ ਵਿੱਚ ਜੇ ਸਾਡੇ ਹੋਰ ਅੰਦੋਲਨ ਕੀਤੇ ਜਾਂਦੇ ਨੇ ਤੇ ਐਜੂਕੇਸ਼ਨ ਨੂੰ ਲੈ ਕੇ ਵੀ ਇੱਕ ਅੰਦੋਲਨ ਖੜਾ ਕਰਨ ਦੀ ਲੋੜ ਹੈ ਵੀ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਵਿਅਕਤੀ ਸਰਕਾਰ ਦੇ ਖਜ਼ਾਨੇ ਚੋਂ ਤਨਖਾਹ ਲੈਂਦਾ, ਭਾਵੇਂ 1 ਰੁਪਈਆ ਲੈਂਦਾ, ਚਾਹੇ ਉਹ ਐਮਐਲਏ ਐਮਪੀ ਆ ਜਾਂ ਕੋਈ ਹੋਰ ਪੋਲੀਟੀਕਲ ਅਹੁਦੇ ਤੇ ਆ ਤੇ ਜਾਂ ਉਹ ਸਰਕਾਰੀ ਜੌਬ ਤੇ ਆ, ਜਿਹੜਾ ਵੀ ਸਰਕਾਰ ਦੇ ਖਜ਼ਾਨੇ ਚੋਂ ਪੈਸਾ ਲੈਂਦਾ ਉਹਦਾ ਬੱਚਾ ਜ਼ਰੂਰੀ ਹੋਵੇ ਕਿ ਉਹ ਸਰਕਾਰ ਦੇ ਸਕੂਲ 'ਚ ਪੜ੍ਹੇ। ਜਦੋਂ ਲੀਡਰ ਦਾ ਬੱਚਾ ਸਰਕਾਰ ਦੇ ਸਕੂਲ 'ਚ ਪੜ੍ਹੇਗਾ ਤੇ ਜਦੋਂ ਆਫੀਸਰ ਦਾ ਬੱਚਾ ਸਰਕਾਰ ਦੇ ਸਕੂਲ ਪੜ੍ਹੇਗਾ ਤੇ ਸਰਕਾਰ ਦੇ ਸਕੂਲ ਜਿਹੜੇ ਆ ਆਪਣੇ ਆਪ ਠੀਕ ਹੋ ਜਾਣਗੇ, ਕਿਉਂਕਿ ਇਹਨਾਂ ਨੇ ਤਾਂ ਕਰਨੇ। ਤੇ ਜਦੋਂ ਇਹਨਾਂ ਦੇ ਬੱਚੇ ਸਕੂਲ ਸਰਕਾਰੀ ਸਕੂਲਾਂ ਦੇ ਵਿੱਚ ਆ ਗਏ, ਉੱਥੇ ਗਰੀਬਾਂ ਦੇ ਬੱਚੇ ਤਾਂ ਪਹਿਲਾਂ ਹੀ ਪੜ੍ਹਦੇ ਆ ਤੇ ਇੱਕ ਟਾਟ, ਇੱਕ ਬੋਰੀ ਜਾਂ ਇੱਕ ਉਹ ਡਿਸਕ ਦੇ ਉੱਤੇ ਤਾਂ ਇਕੱਠੇ ਹੋ ਗਏ। ਇੱਕ ਡਿਸਕ ਦੇ ਉੱਤੇ ਇਕੱਠੇ ਹੋ ਗਏ। ਮੇਰੇ ਹਿਸਾਬ ਦੇ ਨਾਲ ਅੱਜ ਜਿੱਥੇ ਅਸੀਂ ਲੋਕਾਂ ਤੋਂ ਪੈਸਾ ਇਕੱਠਾ ਕਰਕੇ, ਧਾਰਮਿਕ ਸੰਸਥਾਵਾਂ ਵੀ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਲਗਾ ਰਹੀਆਂ ਨੇ, ਉਹ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਾਂ ਵੱਖ-ਵੱਖ ਆਪਣੇ ਤਰੀਕੇ ਦੇ ਨਾਲ ਲੋਕਾਂ ਦੇ ਪੈਸੇ ਦੇ ਨਾਲ ਉਹ ਜਿਹੜੇ ਅਦਾਰੇ ਖੜੇ ਕਰ ਰਹੇ ਨੇ। ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਨੁਕਸਾਨ ਹੋਏਗਾ, ਮੈਨੂੰ ਮਹਿਸੂਸ ਹੁੰਦਾ, ਲੱਗਦਾ ਕਿ ਨੁਕਸਾਨ ਹੋਏਗਾ, ਕਿਉਂਕਿ ਇਹਦੇ ਨਾਲ ਸਾਡਾ ਵਿਤਕਰਾ ਵਧੇਗਾ। ਤੇ ਇਹਦੇ ਨਾਲ ਇਹ ਵੀ ਹੈ ਕਿ ਜੇ ਸੰਸਥਾਵਾਂ ਹੀ ਸਕੂਲ ਬਣਾਉਂਦੀਆਂ ਕਿਸੇ ਵੀ ਧਾਰਮਿਕ ਸੰਸਥਾ ਦੇ ਵੱਲੋਂ, ਸਰਕਾਰ ਤਾਂ ਪਹਿਲਾਂ ਹੀ ਚਾਹੁੰਦੀ ਆ ਵੀ ਲੋਕ ਆਪਣਾ ਭਾਰ ਆਪ ਚੱਕ ਲੈਣ। ਤੇ ਚਾਹੀਦਾ ਲੋਕਾਂ ਨੂੰ ਇਹ ਆ ਸਰਕਾਰ ਦੇ ਨਾਲ ਬੈਠ ਕੇ ਡਿਸਕਸ ਕਰਕੇ, ਸਲਾਹਾਂ ਕਰਕੇ, ਜੇ ਨਹੀਂ ਮੰਨਦੀਆਂ ਤਾਂ ਦਬਾਅ ਬਣਾ ਕੇ ਵੀ ਬਾਕੀ ਗੱਲਾਂ ਬਾਅਦ ਚੀਆਂ, ਪਹਿਲਾਂ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਸਾਡਾ ਐਜੂਕੇਸ਼ਨ ਦਾ ਸਿਸਟਮ ਠੀਕ ਹੋਣਾ ਚਾਹੀਦਾ ਔਰ ਸਰਕਾਰੀ ਹੋਣਾ ਚਾਹੀਦਾ ਤੇ ਇੱਕ ਥਾਂ ਹੋਣਾ ਚਾਹੀਦਾ ਜਿੱਥੇ ਜਾਤ ਪਾਤ ਖਤਮ ਹੋਵੇ। ਇਹੀ ਸਾਡੇ ਗੁਰੂ ਸਾਹਿਬਾਨਾਂ ਦਾ ਵੀ ਸੰਕਲਪ ਸੁਪਨਾ ਸੀ। ਦੇਖੋ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਆ ਇਹ ਵੀ ਬਹੁਤ ਹੱਦ ਤੱਕ ਠੀਕ ਆ, ਪਰ ਬਾਬਾ ਸਾਹਿਬ ਨੇ ਔਰ ਸੰਵਿਧਾਨ ਦੇ ਵਿੱਚ ਇਹ ਪ੍ਰੋਵੀਜ਼ਨ ਰੱਖੀ ਗਈ ਹੈ ਕਿਉਂਕਿ ਭਾਰਤ ਇੱਕ ਧਰਮ ਦਾ ਦੇਸ਼ ਨਹੀਂ ਹੈਗਾ। ਬਿਲਕੁਲ। ਇਸ ਕਰਕੇ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਇਹ ਪ੍ਰੋਵੀਜ਼ਨ ਰੱਖੀ ਹੈ ਕਿ ਹਰ ਧਰਮ ਨੂੰ, ਇੱਥੇ ਤੱਕ ਕਿ ਭਾਸ਼ਾਵਾਂ ਨੂੰ ਵੀ ਉਹਨਾਂ ਨੇ ਅਧਿਕਾਰ ਦਿੱਤੇ ਆ ਕਿ ਉਹ ਆਪਣੇ ਧਰਮ ਨੂੰ ਜਾਂ ਆਪਣੇ ਭਾਸ਼ਾ ਨੂੰ ਪ੍ਰਮੋਟ ਕਰਨ ਦੇ ਲਈ, ਆਪਣੀ ਵਿਚਾਰਧਾਰਾ ਨੂੰ ਪ੍ਰਮੋਟ ਕਰਨ ਦੇ ਲਈ ਆਪਣੇ ਸਿੱਖਿਆ ਦੇ ਅਦਾਰੇ ਬਣਾ ਸਕਦੇ ਆ। ਔਰ ਇਸੇ ਕਰਕੇ ਬਾਬਾ ਸਾਹਿਬ ਨੇ ਵੀ ਆਪਣੀ ਇੱਕ ਸੰਸਥਾ ਇਸ ਫੀਲਡ 'ਚ ਖੜੀ ਕੀਤੀ। ਹੁਣ ਮਿਸਾਲ ਦੇ ਤੌਰ ਤੇ ਸਰਕਾਰੀ ਸਕੂਲ ਹੈ,
ਸਾਰਿਆਂ ਲਈ ਇੱਕੋ ਜਿਹੀ ਐਜੂਕੇਸ਼ਨ ਹੈ, ਸਾਰਿਆਂ ਦੇ ਬੱਚੇ ਇੱਕ ਜਗ੍ਹਾ ਜਾ ਕੇ ਪੜ੍ਹਦੇ ਆ, ਪਰ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਕੀ ਸਾਡੇ ਇਤਿਹਾਸ ਦੀ, ਸਾਡੇ ਮਹਾਂਪੁਰਸ਼ਾਂ ਦੀ ਗੱਲ ਦੱਸੀ ਜਾਊਗੀ? ਇਹ ਤਾਂ ਜਿਹੜਾ ਸਰਕਾਰ ਚਲਾ ਰਿਹਾ ਹੋਏਗਾ ਉਹਦੇ ਉੱਪਰ ਹੈ। ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਬਹੁਤ ਸਾਰੇ ਸਾਡੇ ਲੋਕਾਂ ਨੂੰ ਬਾਬਾ ਸਾਹਿਬ ਉਹ PhDਆਂ ਕਰ ਗਏ, ਉਹਨਾਂ ਨੂੰ ਬਾਬਾ ਸਾਹਿਬ ਕੌਣ ਸੀ ਪਤਾ ਹੀ ਨਹੀਂ ਚੱਲਿਆ, ਕਿਉਂਕਿ ਸਕੂਲ ਦੇ ਬੋਰਡ ਦੇ ਵਿੱਚ, ਸਿੱਖਿਆ ਦੇ ਵਿੱਚ ਬਾਬਾ ਸਾਹਿਬ ਦਾ ਕਦੇ ਜ਼ਿਕਰ ਹੀ ਨਹੀਂ ਕੀਤਾ ਗਿਆ। ਇਸ ਕਰਕੇ ਹਰ ਧਰਮ ਕਹਿ ਲਓ ਜਾਂ ਭਾਸ਼ਾ ਕਹਿ ਲਓ ਜਾਂ ਵਰਗ, ਜਿਨ੍ਹਾਂ ਦੇ ਆਪਣੇ ਆਪਣੇ ਇਤਿਹਾਸ ਆ, ਆਪਣਾ ਆਪਣਾ ਸੰਘਰਸ਼ ਆ, ਆਪਣੇ ਬੱਚਿਆਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਇਤਿਹਾਸ ਦੀ ਜਾਣਕਾਰੀ ਵੀ ਦਿੱਤੀ ਜਾਵੇ। ਇਹਦੇ ਲਈ ਵੀ ਉਹਨਾਂ ਦੇ ਆਪਣੇ ਅਦਾਰਿਆਂ ਦੀ ਲੋੜ ਹੈ, ਕਿਉਂਕਿ ਸਰਕਾਰ ਦਾ ਜਿਹਦੇ ਹੱਥ ਹੋਏਗੀ ਉਹ ਫਿਰ ਆਪਣੀ ਜੋ ਗੱਲ ਚਾਹੁੰਦੀ ਆ, ਜੇ ਮੰਨ ਲਓ ਸਾਰਿਆਂ ਲਈ ਸਰਕਾਰ ਇੱਕ ਸਕੂਲ ਦੇ ਦੇਵੇ, ਪਰ ਜੋ ਉੱਥੇ ਪੜ੍ਹਾਇਆ ਜਾਏਗਾ ਉਹ ਤਾਂ ਉਹੀ ਪੜ੍ਹਾਇਆ ਜਾਏਗਾ ਜੋ ਸਰਕਾਰ ਚਾਹੁੰਦੀ ਹੋਏਗੀ। ਤੇ ਉਹਦੇ ਵਿੱਚ ਬਹੁਤ ਸਾਰੇ ਇਦਾਂ ਦਾ ਇਤਿਹਾਸ, ਬਹੁਤ ਸਾਰੇ ਇਦਾਂ ਦੇ ਸਮਾਜ ਦੀਆਂ ਗੱਲਾਂ ਜਿਹੜੀਆਂ ਕਿ ਉਸ ਸਮਾਜ ਦੇ ਬੱਚਿਆਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਚੱਲਣੀਆਂ ਚਾਹੀਦੀਆਂ, ਹੋ ਸਕਦਾ ਉਹਦੇ 'ਚ ਨਾ ਦੱਸੀਆਂ ਜਾਣ। ਇਸ ਕਰਕੇ ਵੀ ਬਾਬਾ ਸਾਹਿਬ ਨੇ ਇਹ ਇੱਕ ਚੀਜ਼, ਸਿਸਟਮ ਬਣਾਇਆ ਗਿਆ ਹੈ ਸੰਵਿਧਾਨ ਦੇ ਵਿੱਚ ਕਿ ਠੀਕ ਆ, ਸਰਕਾਰ ਦੀ ਜ਼ਿੰਮੇਵਾਰੀ ਆ, ਪਰ ਇਹਦੇ ਤੋਂ ਇਲਾਵਾ ਵੀ ਜੇ ਕੁਝ ਲੋਕ ਵਰਗ ਆਪਣੀ ਵਿਚਾਰਧਾਰਾ ਆਪਣੇ ਬੱਚਿਆਂ ਨੂੰ ਦੱਸਣੀ ਚਾਹੁੰਦੇ ਆ, ਉਹਨਾਂ ਨੂੰ ਅਧਿਕਾਰ ਹੈ ਕਿ ਆਪਣੇ ਅਦਾਰੇ ਜ਼ਰੂਰ ਉਹ ਖੜੇ ਕਰਨ। ਤੇ ਨਾਲ ਹੁਣ ਆਪਾਂ ਚੱਲਦੇ ਆ, ਬਾਬਾ ਸਾਹਿਬ ਖੁਦ ਵੀ ਪੋਲੀਟੀਕਲ ਲਾਈਨ ਵੱਲ ਗਏ ਨੇ। ਹਾਂਜੀ ਹਾਂਜੀ। ਔਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਨੇ। ਹਾਂਜੀ ਹਾਂਜੀ। ਔਰ ਸਮੇਂ-ਸਮੇਂ ਤੇ ਉਹਨਾਂ ਨੂੰ ਕੀ ਜੋ ਉਹਨਾਂ ਨੂੰ ਸਮੱਸਿਆਵਾਂ ਵੀ ਆਈਆਂ, ਸਮਾਜ ਦਾ ਭਲਾ ਵੀ ਕੀਤਾ, ਇਹ ਵੀ ਆਪਾਂ ਸੁਣਦੇ ਆ। ਤੇ ਖਾਸ ਜੇ ਗੱਲ ਕਰੀਏ, ਜਦੋਂ ਕਾਨੂੰਨ ਮੰਤਰੀ ਸੀ ਤੇ ਕਿਹੜੀ ਲੜਾਈ ਲੜੀ ਉਹਨਾਂ ਨੇ? ਕਾਨੂੰਨ ਮੰਤਰੀ ਦੇ ਤੌਰ ਤੇ ਤਾਂ ਦੇਖੋ ਜੀ, ਉਹਨਾਂ ਦਾ ਜਿਹੜਾ ਉਹ ਪਹਿਲਾਂ ਸੰਵਿਧਾਨ ਬਣਾ ਚੁੱਕੇ ਸੀਗੇ, ਕਾਨੂੰਨ ਦੇ ਵਿੱਚ ਕੀ ਹੋਣਾ ਚਾਹੀਦਾ, ਉਹ ਸਾਰਾ ਸੰਘਰਸ਼ ਉਹਨਾਂ ਨੇ 1930, 31, 32 ਜਿਹੜਾ ਰਾਉਂਡ ਟੇਬਲ ਕਾਨਫਰੰਸ ਆ, ਉਹਦੇ 'ਚ ਹੀ ਬਹੁਤ ਸਾਰੀਆਂ ਚੀਜ਼ਾਂ ਲੜ ਲਈਆਂ ਸੀਗੀਆਂ। ਅਧਿਕਾਰ ਕਿਹੜੇ ਸਾਨੂੰ ਮਿਲਣੇ ਚਾਹੀਦੇ ਆ, ਅੰਗਰੇਜ਼ਾਂ ਦੇ ਸਾਹਮਣੇ ਗੱਲ ਰੱਖੀ ਸੀਗੀ। ਪਰ ਤੁਹਾਨੂੰ ਪਤਾ ਹੈ ਕਿ ਉਹਦੇ ਵਿੱਚੋਂ ਬਹੁਤ ਸਾਰੇ ਅਧਿਕਾਰ, ਜਦੋਂ ਪੂਨਾ ਪੈਕਟ ਹੋਇਆ ਤੇ ਉਹ ਅਧਿਕਾਰ ਬਹੁਤ ਸਾਰੇ ਚਲੇ ਗਏ, ਔਰ ਫਿਰ ਪੂਨਾ ਪੈਕਟ ਰਾਹੀਂ ਕੁਝ ਹੋਰ ਅਧਿਕਾਰ ਸਾਨੂੰ ਮਿਲੇ, ਜਿਹਦੇ 'ਚ ਜਿਹੜੀਆਂ ਸੀਟਾਂ ਮਿਲਦੀਆਂ MLA MP ਦੀਆਂ, ਰਿਜ਼ਰਵੇਸ਼ਨ ਆਉਂਦੀ ਆ, ਚਾਹੇ ਉਹ ਪੋਲੀਟੀਕਲ ਆ, ਚਾਹੇ ਜੌਬ ਦੀ ਰਿਜ਼ਰਵੇਸ਼ਨ ਆ, ਹੋਰ ਬਹੁਤ ਸਾਰੀਆਂ ਸਹੂਲਤਾਂ ਉਹਨਾਂ ਨੇ ਲੈ ਕੇ ਦਿੱਤੀਆਂ। ਪਰ ਜਦੋਂ ਉਹ ਕਾਨੂੰਨ ਮੰਤਰੀ ਬਣਦੇ ਆ ਪਹਿਲੀ ਵਾਰ, ਉਹਦੇ ਤੋਂ ਬਾਅਦ ਜਿਹੜਾ ਵੱਡਾ ਸੰਘਰਸ਼ ਉਹਨਾਂ ਨੇ ਕਾਨੂੰਨ ਦੇ ਵਿੱਚ ਲਿਆਉਣ ਦੇ ਲਈ ਲੜਿਆ, ਉਹ ਸੀ ਹਿੰਦੂ ਕੋਡ ਬਿੱਲ ਦਾ, ਜਿਹੜਾ ਕਿ ਮੁੱਖ ਤੌਰ ਤੇ ਜਿਹੜੀਆਂ ਔਰਤਾਂ ਦੇ ਅਧਿਕਾਰ ਨਹੀਂ ਸੀ ਉਹਨਾਂ ਨੂੰ ਦਿੱਤੇ ਗਏ, ਉਹ ਅਧਿਕਾਰ ਕਿੱਦਾਂ ਉਹਨਾਂ ਨੂੰ ਮਿਲ ਸਕਣ, ਚਾਹੇ ਜ਼ਮੀਨਾਂ ਦਾ ਆ, ਮਤਲਬ ਜਿੱਦਾਂ ਭਰਾਵਾਂ ਭੈਣਾਂ ਦੇ ਵਿੱਚ ਉਹਨਾਂ ਨੂੰ ਵੀ ਬਰਾਬਰ ਦਾ ਅਧਿਕਾਰ ਮਿਲੇ, ਉਹਨਾਂ ਦੇ ਵੀ ਸਾਰੇ ਅਧਿਕਾਰ ਬੰਦਿਆਂ ਵਾਂਗ ਬਰਾਬਰ ਹੋਣ। ਇਹਦੇ ਲਈ ਵੱਡੀ ਲੜਾਈ ਬਾਬਾ ਸਾਹਿਬ ਨੇ ਫਿਰ ਲੜੀ, ਔਰ ਕਿਉਂਕਿ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ, ਕਾਨੂੰਨ ਮੰਤਰੀ ਦੇ ਤੌਰ ਤੇ ਅਸਤੀਫਾ ਵੀ ਜਿਹੜਾ ਉਹਨਾਂ ਨੇ ਦਿੱਤਾ ਆ, ਉਹ ਇਸੇ ਗੱਲ ਤੇ ਦਿੱਤਾ ਕਿ ਜਿਹੜਾ ਹਿੰਦੂ ਕੋਡ ਬਿੱਲ ਉਹ ਪਾਸ ਕਰਾਉਣਾ ਚਾਹੁੰਦੇ ਸੀਗੇ, ਉਹ ਸਰਕਾਰ ਔਰ ਜਵਾਹਰ ਲਾਲ ਨਹਿਰੂ ਜੋ ਉਦੋਂ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਬਾਬਾ ਸਾਹਿਬ ਨੂੰ ਕਈ ਵਾਰੀ ਕਿਹਾ ਕਿ ਮੈਂ ਤੁਹਾਡੇ ਨਾਲ ਆ, ਇਹ ਬਣਨਾ ਚਾਹੀਦਾ ਹੈ, ਪਰ ਉਹਨੇ ਦੇਖਿਆ ਕਿ ਉੱਪਰੋਂ ਤਾਂ ਕਹੀ ਜਾਂਦੇ ਆ ਬਣਨਾ ਚਾਹੀਦਾ ਹੈ, ਪਰ ਇਹ ਵੀ ਅੰਦਰੋਂ ਸਹਿਯੋਗ ਮੈਨੂੰ ਇਸ ਗੱਲ ਤੇ ਨਹੀਂ ਕਰਨਾ ਚਾਹੁੰਦੇ, ਤਾਂ ਇਸ ਕਰਕੇ ਉਹਨਾਂ ਨੇ ਫਿਰ ਥੱਕ ਹਾਰ ਕੇ ਅਸਤੀਫਾ ਦਿੱਤਾ। ਪਰ ਉਹ ਹਿੰਦੂ ਕੋਡ ਬਿੱਲ ਉਹਨਾਂ ਦੇ ਰਹਿੰਦਿਆਂ ਤਾਂ ਨਹੀਂ ਪਾਸ ਹੋਇਆ, ਪਰ ਬਾਅਦ ਦੇ ਵਿੱਚ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ ਅੱਗੇ ਚੱਲ ਕੇ ਉਹ ਸਰਕਾਰਾਂ ਨੂੰ ਮੰਨਣੀਆਂ ਪਈਆਂ, ਔਰ ਅੱਜ ਦੇਸ਼ ਦੇ ਵਿੱਚ ਹਿੰਦੂ ਔਰਤਾਂ ਨੂੰ ਜਿਹੜੇ ਅਧਿਕਾਰ ਮਿਲੇ ਆ, ਉਹ ਜ਼ਿਆਦਾਤਰ ਬਾਬਾ ਸਾਹਿਬ ਦੇ ਉਸ ਸੰਘਰਸ਼ ਦੇ ਕਰਕੇ, ਜਦੋਂ ਪਹਿਲੇ ਕਾਨੂੰਨ ਮੰਤਰੀ ਬਣੇ ਆ, ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਹਿੰਦੂ ਕੋਡ ਬਿੱਲ ਤਿਆਰ ਕੀਤਾ, ਉਹਦੇ ਕਰਕੇ ਮਿਲਿਆ। ਨਹੀਂ, ਤੁਸੀਂ ਹਿੰਦੂ ਔਰਤਾਂ ਦੀ ਗੱਲ ਕੀਤੀ, ਸਮੂਹ ਔਰਤਾਂ ਦੀ ਗੱਲ ਕੀਤੀ? ਸਮੂਹ ਔਰਤਾਂ ਦੇ ਵਿੱਚ ਜਿੱਦਾਂ ਕਿ ਇੱਕ ਤਾਂ ਜਿੱਦਾਂ ਹੁਣ ਕਾਨੂੰਨ ਦੇ ਵਿੱਚ ਕੋਈ ਮੁਸਲਿਮ ਜਿਹੜੀਆਂ ਔਰਤਾਂ, ਉਹਨਾਂ ਦੇ ਉੱਪਰ ਅਲੱਗ ਕਾਨੂੰਨ ਹੈ, ਜਿਹੜੀਆਂ ਕ੍ਰਿਸਚਨ ਔਰਤਾਂ, ਕਿਉਂਕਿ ਹਿੰਦੂ ਲਾਅ, ਕ੍ਰਿਸਚਨ ਲਾਅ ਅਲੱਗ-ਅਲੱਗ ਕਾਨੂੰਨ ਆ, ਪਰ ਜਿਹੜਾ ਹਿੰਦੂ ਔਰਤਾਂ ਦਾ ਬਹੁਤ ਸਾਰਾ ਅਧਿਕਾਰ ਉਹਨਾਂ ਨੂੰ ਨਹੀਂ ਸੀ ਮਿਲੇ, ਉਹਦੇ ਉੱਤੇ ਬਾਬਾ ਸਾਹਿਬ ਨੇ ਖਾਸ ਕਰਕੇ ਕੰਮ ਕੀਤਾ। ਕੰਮ ਤਾਂ ਉਹਨਾਂ ਨੇ ਸਾਰੇ ਸਮਾਜ, ਹਰ ਵਰਗ ਲਈ ਕੀਤਾ, ਪਰ ਹਿੰਦੂ ਕੋਡ ਬਿੱਲ ਉਹਨਾਂ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਜਿਹੜੇ ਹਿੰਦੂ ਔਰਤਾਂ ਦੇ ਅਧਿਕਾਰ ਨਹੀਂ ਸੀ ਉਹਨਾਂ ਨੂੰ ਦਿੱਤੇ ਜਾਂਦੇ, ਉਹ ਉਹਨਾਂ ਨੂੰ ਕਿੱਦਾਂ ਮਿਲਣ, ਉਹ ਲੜਾਈ ਵੀ ਉਹਨਾਂ ਨੇ ਲੜੀ, ਔਰ ਇੱਥੇ ਤੱਕ ਉਹਨਾਂ ਨੇ ਅਸਤੀਫਾ ਹੀ ਦਿੱਤਾ ਕਾਨੂੰਨ ਮੰਤਰੀ ਤੋਂ ਇਸ ਗੱਲ ਤੇ। ਜੇ ਬਾਬਾ ਸਾਹਿਬ ਨੇ ਅਸਤੀਫਾ ਦਿੱਤਾ ਤਾਂ, ਪਰ ਇਹ ਆ ਵੀ ਗੱਲ ਕਰਨ ਮੁੜ ਕੇ ਚੱਲਦੇ, ਹੁਣ ਆਪਾਂ ਅੱਗੇ ਵਧਦੇ ਹਾਂ ਸ਼ਡਿਊਲਡ ਕਾਸਟ ਰਾਜਨੀਤੀ ਵੱਲ। ਹਾਂਜੀ ਹਾਂਜੀ। ਅੱਜ ਸ਼ਡਿਊਲਡ ਕਾਸਟ ਰਾਜਨੀਤੀ, ਸਿਰਫ ਮੈਂ ਉਹਨਾਂ ਦੀ ਹੀ ਗੱਲ ਕਰਾਂਗਾ
ਜਿਹੜੇ ਬਾਬਾ ਸਾਹਿਬ ਵੱਲੋਂ ਦਿੱਤੇ ਰਿਜ਼ਰਵੇਸ਼ਨ ਦੇ ਤਹਿਤ ਜਾ ਕੇ ਵਿਧਾਨ ਸਭਾ 'ਚ ਬਹਿੰਦੇ ਨੇ ਜਾਂ ਲੋਕ ਸਭਾ ਦੇ ਵਿੱਚ ਬਹਿੰਦੇ ਨੇ? ਹਾਂਜੀ ਹਾਂਜੀ। ਬਾਬਾ ਸਾਹਿਬ ਜਿਵੇਂ ਅਸੀਂ ਸਟੇਜਾਂ ਤੇ ਸੁਣਦੇ ਆ ਕਿ ਉਹ ਇਕੱਲੇ ਦਹਾੜਦੇ ਸੀਗੇ, ਤੇ ਅੱਜ ਤਾਂ ਬਹੁਤੇ ਨੇ। ਭਾਰਤ ਦੇ ਵਿੱਚ ਜਿਹੜੇ ਹਜ਼ਾਰਾਂ ਹੀ ਐਮਐਲਏ ਨੇ, ਪੰਜਾਬ ਦੇ ਵਿੱਚ ਵੀ 30 ਹੈਨਾ ਸੈਂਕੜੇ MP ਹੈ, ਤੇ ਇਹਨਾਂ ਦੀ ਬਹੁਤਿਆਂ ਦੀ ਦਹਾੜ ਤੁਹਾਨੂੰ ਮਰ ਗਈ ਲੱਗਦੀ ਆ? ਇੱਕ ਕੱਲਾ 2 11 ਤੇ ਜਿੱਥੇ ਸੈਂਕੜੇ ਹੋਣ ਤਾਂ ਉੱਥੇ ਤਾਂ ਬਹੁ ਗਿਣਤੀ ਆ, ਹਰ ਤਰ੍ਹਾਂ ਦੀ ਹਜ਼ਾਰਾਂ ਦੀ ਗੱਲ ਹੈ। ਤੇ ਜੇ ਪੰਜਾਬ ਦੀ ਗੱਲ ਵੀ ਕਰੀਏ ਤੇ ਜਿਹੜਾ 33-34% ਜਿਹੜਾ ਅੱਜ ਵਿਧਾਇਕ ਹੈਗੇ ਨੇ ਸ਼ਡਿਊਲਡ ਕਾਸਟ, ਕਿਸੇ ਵਿਸ਼ੇਸ਼ ਪਾਰਟੀ ਦੀ ਨਹੀਂ ਗੱਲ ਕਰਦੇ ਆਪਾਂ, ਰਾਜਨੀਤੀ ਦੀ ਗੱਲ ਕਰਦੇ। ਸ਼ਡਿਊਲਡ ਕਾਸਟ ਬਾਬਾ ਸਾਹਿਬ ਦੇ ਜਿਹੜੇ ਰਿਜ਼ਰਵੇਸ਼ਨ ਦੇ ਤਹਿਤ ਬਣੇ ਨੇ, ਕਿੱਥੇ ਇੱਕ ਗੱਲ ਖੜੀ ਰਹਿ ਗਈ? ਕੀ ਕਹਾਣੀ ਤੁਹਾਨੂੰ ਮਹਿਸੂਸ ਤੁਸੀਂ ਕਰਦੇ ਹੋ? ਕਿਸੇ ਪਾਰਟੀ ਦੀ ਸਾਨੂੰ ਮਤਲਬ ਕੋਈ ਨਹੀਂ। ਦੇਖੋ ਜੀ, ਇਹ ਤਾਂ ਜਦੋਂ ਪੂਨਾ ਪੈਕਟ ਹੋਇਆ ਆ ਤੇ ਜਿਹੜੇ ਸੈਪਰੇਟ ਵੋਟ ਦਾ ਜਿਹੜਾ ਅਧਿਕਾਰ ਸੀਗਾ, ਜਿਹੜਾ ਬਾਬਾ ਸਾਹਿਬ ਨੇ ਅੰਗਰੇਜ਼ਾਂ ਤੋਂ ਲਿਆ ਸੀ ਰਾਉਂਡ ਟੇਬਲ ਕਾਨਫਰੰਸਾਂ ਦੇ ਵਿੱਚ, ਕਿ ਸਾਨੂੰ ਆਪਣੇ ਐਮਐਲਏ ਐਮਪੀ ਚੁਣਨ ਦੇ ਲਈ ਵੱਖਰੀ ਵੋਟ ਸਾਨੂੰ ਮਿਲਣੀ ਚਾਹੀਦੀ ਹੈ। ਜੇ ਸ਼ਡਿਊਲਡ ਕਾਸਟਾਂ ਦਾ ਕੋਈ ਐਮਐਲਏ ਐਮਪੀ ਬਣਦਾ ਆ ਤੇ ਉਹਦੀ ਚੋਣ ਸਿਰਫ ਸ਼ਡਿਊਲਡ ਕਾਸਟ ਵੋਟਰ ਹੀ ਕਰੂਗਾ, ਦੂਜਾ ਵੋਟਰ ਉਹਨੂੰ ਵੋਟ ਨਹੀਂ ਪਾ ਸਕਦਾ। ਕਿਉਂਕਿ ਸਾਡੀ ਗਿਣਤੀ ਦੇਸ਼ ਦੇ ਵਿੱਚ 16% ਦੇ ਕਰੀਬ ਹੈ। ਚਲੋ ਪੰਜਾਬ 'ਚ ਥੋੜੀ ਜ਼ਿਆਦਾ ਹੈ, ਬਹੁਤ ਸਾਰੀਆਂ ਸਟੇਟਾਂ 'ਚ ਸਾਡੀ ਆਬਾਦੀ 10% ਹੈ, ਕਿਤੇ 15 ਆ। ਵੀ ਜੇ 10-15 ਮੰਨ ਲਓ 15% ਕਿਤੇ ਸਾਡੀ ਆਬਾਦੀ ਆ, 15% ਐਸਸੀ ਵੋਟਰ ਇੱਕ ਐਸਸੀ ਉਮੀਦਵਾਰ ਨੂੰ ਵੋਟ ਪਾਉਂਦਾ, ਜਿਹੜਾ 85% ਨੌਨ ਐਸਸੀ ਆ ਉਹ ਕਿਸੇ ਵੀ ਐਸਸੀ ਬੰਦੇ ਨੂੰ ਖੜਾ ਕਰਕੇ ਆਪਣੀ ਵੋਟ ਪਾ ਕੇ ਉਹਨੂੰ ਜਿਤਾ ਲੇਗਾ। ਇਸ ਕਰਕੇ ਜਿਨ੍ਹਾਂ ਨੂੰ ਐਸਸੀ ਲੋਕ ਚਾਹੁੰਦੇ ਆ ਉਹ ਤਾਂ ਜਿੱਤ ਹੀ ਨਹੀਂ ਸਕਦਾ। ਇਹੀ ਸੈਪਰੇਟ ਵੋਟ ਦਾ ਅਧਿਕਾਰ ਸੀਗਾ ਕਿ ਐਸਸੀ ਉਮੀਦਵਾਰਾਂ ਨੂੰ, ਕੈਂਡੀਡੇਟਾਂ ਨੂੰ ਸਿਰਫ ਐਸਸੀ ਲੋਕ ਹੀ ਵੋਟ ਪਾਉਣਗੇ। ਉਹ ਅਧਿਕਾਰ ਖੁੱਸ ਗਿਆ, ਪੂਨਾ ਪੈਕਟ ਹੋਇਆ, ਡਬਲ ਵੋਟ ਚਲਾ ਗਿਆ, ਜੁਆਇੰਟ ਇਲੈਕਟੋਰੇਟ ਆ ਗਈ ਕਿ ਹੁਣ ਜੇ ਐਸਸੀ ਦਾ ਕੈਂਡੀਡੇਟ ਖੜਾ ਆ ਵੋਟ ਉਹਨੂੰ ਹਰ ਕੋਈ ਪਾ ਸਕਦਾ। ਇਹ ਬਿਮਾਰੀ ਉੱਥੋਂ ਸ਼ੁਰੂ ਹੋਈ ਔਰ ਅੱਗੇ ਚੱਲ ਕੇ ਤੁਹਾਨੂੰ ਪਤਾ ਹੈ ਕਿ ਸਾਹਿਬ ਕਾਂਸ਼ੀ ਰਾਮ ਨੇ ਚਮਚਾ ਯੋਗੀ ਜਿਹੜੀ ਕਿਤਾਬ ਆ ਉਹ ਇਸੇ ਵਿਸ਼ੇ ਤੇ ਲਿਖੀ, ਜਿਹੜਾ ਤੁਸੀਂ ਸਵਾਲ ਕੀਤਾ ਕਿ ਇਹ ਲੋਕ ਜਿਹੜੀ ਦਹਾੜ ਦੀ ਤੁਸੀਂ ਗੱਲ ਕਰ ਰਹੇ ਆ ਵੀ ਵਿਧਾਨ ਸਭਾਵਾਂ ਦੇ ਵਿੱਚ ਜਾਂ ਲੋਕ ਸਭਾਵਾਂ ਦੇ ਵਿੱਚ ਇਹ ਜਾ ਕੇ ਆਪਣੇ ਸਮਾਜ ਦੀ ਗੱਲ ਕਿਉਂ ਨਹੀਂ ਰੱਖ ਪਾਉਂਦੇ, ਉਹਨਾਂ ਦੇ ਮੁੱਦੇ, ਉਹਨਾਂ ਦੇ ਮਸਲੇ ਕਿਉਂ ਨਹੀਂ ਉਠਾ ਪਾਉਂਦੇ? ਕਿਉਂਕਿ ਜਿਨ੍ਹਾਂ ਵੋਟਾਂ ਤੋਂ ਇਹ ਚੁਣ ਕੇ ਜਾਂਦੇ ਆ ਉਹ ਐਸਸੀ ਵੋਟ ਹੈ ਹੀ ਨਹੀਂ। ਐਸਸੀ ਵੋਟ ਭਾਵੇਂ ਉਹਨਾਂ ਨੂੰ ਨਾ ਵੀ ਪਾਉਣ, ਜਿਹੜੀਆਂ ਜਨਰਲ ਜਾਂ ਹੋਰ ਨੌਨ ਐਸਸੀ ਬਰਾਦਰੀਆਂ ਜੇ ਉਹਨੂੰ ਵੋਟ ਪਾ ਕੇ ਜਿਤਾ ਲੈਣ ਤਾਂ ਉਹਨਾਂ ਦੇ ਹੀ ਜੋ ਗੱਲਾਂ ਉਹਨਾਂ ਨੂੰ ਚਾਹੁੰਦੇ ਆ ਉਹੀ ਕਰਨਗੇ। ਐਸਸੀ ਵੋਟਰ ਜਿਹੜਾ ਆ ਉਹ ਭਾਵੇਂ ਐਸਸੀ ਕਿਸੇ ਹੋਰ ਕੈਂਡੀਡੇਟ ਨੂੰ ਵੋਟ ਪਾਵੇ, ਨੌਨ ਐਸਸੀ ਵੋਟ ਕਿਸੇ ਦੂਜੇ ਕੈਂਡੀਡੇਟ ਨੂੰ ਖੜਾ ਕਰਕੇ ਉਹਨੂੰ ਜਿਤਾ ਲੈਂਦਾ ਹੈ ਔਰ ਉਹਨੂੰ ਉਹਦੀ ਗੱਲ ਤੇ ਚੱਲਣਾ ਪੈਂਦਾ ਹੈ। ਇਸ ਕਰਕੇ ਜੰਮੂ ਕਸ਼ਮੀਰ ਤੋਂ ਲੈ ਕੇ ਕੇਰਲਾ, ਕੰਨਿਆ ਕੁਮਾਰੀ ਤੱਕ ਜਿਹੜੀਆਂ ਵੀ ਪਾਰਟੀਆਂ ਤੋਂ ਸਾਡੇ ਐਸਸੀ ਐਮਐਲਏ ਐਮਪੀ ਜਿੱਤ ਕੇ ਜਾਂਦੇ ਆ ਉਹ ਆਪਣੇ ਸਮਾਜ ਦੀ ਗੱਲ ਨਹੀਂ, ਉਹ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਜੋ ਗੱਲ ਕਹਿੰਦੀਆਂ ਕਰਨ ਨੂੰ ਉਹੀ ਗੱਲ ਕਰਦੇ ਆ। ਜਿਹੜੀ ਗੱਲ ਉਹ ਚਾਹੁੰਦੀਆਂ ਵੀ ਨਾ ਕਰਨ ਉਹ ਨਹੀਂ ਕਰਦੇ। ਫਿਰ ਉਹ ਐਸਸੀ ਸਮਾਜ ਤਰੱਕੀ ਕਿੱਦਾਂ ਕਰੂ? ਐਸਸੀ ਵਿਧਾਇਕ ਹੋਣ ਦੇ ਬਾਵਜੂਦ, ਐਸਸੀ ਐਮਪੀ ਹੁੰਦਿਆਂ ਜਿਵੇਂ ਆਪਾਂ ਸ਼ੁਰੂ ਗੱਲ ਕੀਤੀ ਸੀ, ਇੱਕ ਥਾਂ ਸਕੂਲ ਹੁੰਦਾ ਸੀ, ਅੱਜ ਵਿਤਕਰਾ ਪੈ ਗਿਆ। ਇਹਨਾਂ ਦੇ ਖੁਦ ਦੇ ਲੀਡਰਾਂ ਦੇ ਬੱਚੇ ਕਨਵੈਂਟ ਸਕੂਲਾਂ 'ਚ ਪੜ੍ਹਦੇ ਆ ਤੇ ਜਿਨ੍ਹਾਂ ਦੀ ਚਿੰਤਾ ਬਾਬਾ ਸਾਹਿਬ ਨੇ ਕੀਤੀ ਸੀ ਉਹ ਤਾਂ ਅੱਜ ਵੀ ਉੱਥੇ ਹੀ ਆ। ਇਹ ਬਾਬਾ ਸਾਹਿਬ ਦੀ ਫਲੈਕਸਾਂ ਦੇ ਫੋਟੋ ਲਾ ਕੇ ਤਾਂ ਵੋਟਾਂ ਲੋਕਾਂ ਤੋਂ ਲੈ ਜਾਂਦੇ ਨੇ, ਪਰ ਉਹਨਾਂ ਦੇ ਬੱਚੇ ਜਿਹੜੇ ਉਹ ਉੱਥੇ ਪੜ੍ਹਦੇ ਨੇ ਜਿੱਥੇ ਬਾਬਾ ਸਾਹਿਬ ਛੱਡ ਕੇ ਗਏ ਨੇ। ਪਰ ਇਹ ਲੀਡਰ ਨੰਬਰ 2 ਜਿਨ੍ਹਾਂ ਨੂੰ ਉਸ ਵੇਲੇ ਭਾਵੇਂ ਘੱਟ ਪੜ੍ਹ ਕੇ ਜੋਬ ਮਿਲ ਗਈ ਜਾਂ ਵੱਧ ਪੜ੍ਹ ਕੇ ਮਿਲੀ, ਜਿਨ੍ਹਾਂ ਨੂੰ ਮੌਕੇ ਮਿਲ ਗਏ, ਜਿਨ੍ਹਾਂ ਨੂੰ ਤੁਸੀਂ ਕਿਹਾ ਬਾਬਾ ਸਾਹਿਬ ਚਾਹੁੰਦੇ ਸੀ ਕਿ ਉਹਨਾਂ ਦੇ ਹੱਥ 'ਚ ਕਲਮ ਹੋਏਗੀ, ਜਿਹੜੀ ਸ਼ਡਿਊਲਡ ਕਾਸਟ ਸਮਾਜ ਦੇ ਭਲੇ ਦੀ ਗੱਲ ਹੋਊਗੀ, ਸਰਕਾਰ ਵੱਲੋਂ ਪਾਸ ਹੋਈ ਉਹ ਲੋਕਾਂ ਤੱਕ ਲੈ ਕੇ ਜਾਣਗੇ ਆਫੀਸਰ ਬਣ ਕੇ। ਉਹ ਲੋਕ ਲੈ ਕੇ ਨਹੀਂ ਗਏ। ਐਜੂਕੇਸ਼ਨ ਖੋਹੀ ਗਈ, ਐਜੂਕੇਸ਼ਨ ਦੇ ਵਿੱਚ ਤਬਦੀਲੀ ਆ ਗਈ। ਕੀ ਮਹਿਸੂਸ ਕਰਦੇ ਹੋ? ਕੀ ਤੁਹਾਨੂੰ ਏਦਾਂ ਲੱਗਦਾ ਵੀ ਇਹ ਆਫੀਸਰ ਜਿਹੜੇ ਜਿਹਨੇ ਕੁਰਸੀ ਤੇ ਬੈਠ ਕੇ, ਦੇਖੋ ਸਰਕਾਰ ਤਾਂ ਉਹੀ ਚਲਾਉਂਦੇ ਹੁੰਦੇ ਆ, ਸਿਸਟਮ ਤਾਂ ਉਹਨਾਂ ਨੇ ਚਲਾਉਣਾ, ਕਿ ਇਹਨਾਂ ਦੀ ਵੀ ਦਹਾੜ ਮਰ ਗਈ ਜਾਂ ਬਾਬਾ ਸਾਹਿਬ ਨੂੰ ਇਹਨਾਂ ਨੂੰ ਭੁੱਲ ਗਏ ਵੀ ਬਾਬਾ ਸਾਹਿਬ ਦੀ ਦਿੱਤੀ ਕਲਮ ਸਾਡੇ ਹੱਥ 'ਚ? ਅੱਜ ਕੀ ਮਹਿਸੂਸ ਕਰਦੇ?
ਦੇਖੋ ਜੀ, ਸਰਕਾਰ ਜਿਹੜੇ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਆ, ਅਫਸਰਾਂ ਦੀ ਗੱਲ ਕੀਤੀ ਆ, ਇਹ ਗੱਲ ਬਾਬਾ ਸਾਹਿਬ ਨੇ ਵੀ ਕਹੀ ਆ ਵੀ ਜਿਹੜੀ ਬਿਊਰੋਕ੍ਰੇਸੀ ਆ, ਅਫਸਰਸ਼ਾਹੀ ਆ, ਸਰਕਾਰ ਨੂੰ ਦਰਅਸਲ ਉਹੀ ਚਲਾ ਰਹੀ ਹੁੰਦੀ ਆ। ਸਰਕਾਰ ਤਾਂ ਉੱਪਰ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ, ਹਰ 5 ਸਾਲ 'ਚ ਸਰਕਾਰ ਬਦਲ ਜਾਂਦੀ ਹੈ, ਅਫਸਰ ਉਹੀ ਰਹਿੰਦੇ। ਪਰ ਅਫਸਰ ਤਾਂ ਇੱਕ ਵਾਰ ਬਣਦਾ ਹੈ ਤਾਂ 35 ਮਤਲਬ ਕਿ 30 ਲੰਬਾ ਰਿਟਾਇਰਮੈਂਟ ਤੱਕ ਉਹ ਅਫਸਰ ਰਹਿੰਦਾ ਹੈ। ਇਸ ਕਰਕੇ ਅਫਸਰਸ਼ਾਹੀ ਦੇ ਵਿੱਚ ਵੀ ਅਸੀਂ ਇਹ ਹੁਣ ਤੱਕ ਦਾ ਜੋ ਤਜਰਬਾ ਆ ਭਾਰਤ ਦਾ ਉਹ ਇਹੀ ਆ ਵੀ ਜਿਹੜੀਆਂ ਐਸਸੀ ਬਰਾਦਰੀਆਂ ਚੋਂ ਜਿਹੜੇ ਵੀ ਅਫਸਰ ਬਣੇ ਆ, ਪਹਿਲੀ ਗੱਲ ਤਾਂ ਉਹਨਾਂ ਨੂੰ ਜਿਹੜੀਆਂ ਸਰਕਾਰਾਂ ਆ ਉਹ ਕਦੇ ਵੀ ਜਿਹੜੀਆਂ ਸਭ ਤੋਂ ਇੰਪੋਰਟੈਂਟ ਜਿਹੜੇ ਡਿਪਾਰਟਮੈਂਟ ਆ, ਵਿਭਾਗ ਆ, ਪਦ ਆ, ਪੋਸਟ ਆ, ਉਹ ਦਿੰਦੀਆਂ ਹੀ ਨਹੀਂ ਹੈਗੀਆਂ। ਜੇ ਕਿਤੇ ਉਹਨਾਂ ਨੂੰ ਦਿੱਤੇ ਵੀ ਜਾਂਦੇ ਆ ਇੰਪੋਰਟੈਂਟ ਕੋਈ ਡੀਐਮ ਜਾਂ ਐਸਐਸਪੀ ਇਦਾਂ ਦੇ ਅਹੁਦੇ ਜਿਹੜੇ ਕਿ ਵਾਕਈ ਰੱਖਦੇ ਆ ਇਦਾਂ ਦੀ ਪਾਵਰ, ਜਿਹੜਾ ਸਮਾਜ ਦੀ ਬਿਹਤਰੀ ਲਈ ਬਹੁਤ ਸਾਰਾ ਕੰਮ ਕਰ ਸਕਦੇ ਆ, ਉਹਨਾਂ ਦੇ ਉੱਪਰ ਫਿਰ ਜਿਹੜੀਆਂ ਸਰਕਾਰਾਂ ਆ ਉਹਨਾਂ ਦਾ ਦਬਾਅ ਵੀ ਰਹਿੰਦਾ ਆ। ਕਿਉਂਕਿ ਸਰਕਾਰਾਂ ਵੀ ਸਾਡੇ ਸਮਾਜ ਦੀਆਂ ਆਪਣੀਆਂ ਸਰਕਾਰਾਂ ਤਾਂ ਨਹੀਂ ਬਣ ਸਕੀਆਂ। ਜਿਨ੍ਹਾਂ ਲੋਕਾਂ ਦੀਆਂ ਸਰਕਾਰਾਂ ਬਣੀਆਂ ਉਹ ਵੀ ਕਿਤੇ ਨਾ ਕਿਤੇ ਨਹੀਂ ਸਾਡੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਦੀ ਉਹਨਾਂ ਦੇ ਅੰਦਰ ਉਦਾਂ ਦੀ ਚਾਹਤ ਨਹੀਂ ਹੈ ਜ਼ਿਆਦਾਤਰ। ਔਰ ਜੇ ਕੋਈ ਅਫਸਰ ਕੰਮ ਕਰਨਾ ਵੀ ਚਾਹੁੰਦਾ ਆ ਸਾਡੇ ਸਮਾਜ ਦਾ, ਸਾਡੇ ਸਮਾਜ ਦੇ ਭਲੇ ਦੇ ਲਈ, ਤੇ ਕਿਤੇ ਨਾ ਕਿਤੇ ਉਹਨਾਂ ਨੂੰ ਨਹੀਂ ਵੀ ਕਰਨ ਦਿੱਤਾ ਜਾਂਦਾ। ਔਰ ਬਹੁਤ ਸਾਰੇ ਮਾਮਲੇ ਇਦਾਂ ਵੀ ਆ ਕਿ ਉਹਨਾਂ ਨੂੰ ਇਦਾਂ ਦੇ ਪੋਸਟਾਂ ਤੇ ਹੀ ਨਹੀਂ ਪਹੁੰਚਣ ਦਿੱਤਾ ਜਾਂਦਾ ਜਿਹੜੀਆਂ ਕਿ ਇਦਾਂ ਦੀਆਂ ਪੋਸਟਾਂ ਹੈ ਜਿੱਥੋਂ ਕਿ ਸਮਾਜ ਦੇ ਭਲੇ ਦੇ ਲਈ ਬਹੁਤ ਸਾਰੀਆਂ ਪਾਲਿਸੀਆਂ ਲਾਗੂ ਕੀਤੀਆਂ ਜਾਂਦੀਆਂ। ਇਹਦਾ ਮਤਲਬ ਅੱਜ ਵੀ ਉਹ ਜਾਤੀ ਭੇਦਭਾਵ ਦਾ ਵਿਤਕਰਾ ਸਰਕਾਰੀ ਲੈਵਲ ਤੇ ਉੱਪਰਲੇ ਲੈਵਲ ਤੇ ਦਿਖਾਈ ਦੇ ਰਿਹਾ। ਦੇਖੋ ਜੀ, ਕਿਤੇ ਨਾ ਕਿਤੇ ਤਾਂ ਉਹ ਹੈਗਾ ਹੀ ਆ। ਜੇ ਅੱਜ ਵੀ ਇਹ ਭਾਈਚਾਰਾ ਐਸਸੀ ਆ ਜਾਂ ਬਹੁਤ ਸਾਰੀਆਂ ਬੀਸੀ ਕਮਿਊਨਿਟੀਆਂ ਵੀ ਆ, ਆਰਥਿਕ ਸਮਾਜਿਕ ਪੱਧਰ ਤੇ ਦੇਸ਼ ਦੇ ਆਜ਼ਾਦ ਹੋਣ ਦੇ ਇੰਨੇ 70-75 ਸਾਲ ਬਾਅਦ ਵੀ ਪਛੜੀਆਂ ਹੋਈਆਂ ਆ, ਤੇ ਇਹਦੇ ਪਿੱਛੇ ਕੁਛ ਨਾ ਕੁਛ ਕਾਰਨ ਤਾਂ ਹੈਗਾ ਹੀ ਆ। ਇਹਦਾ ਮਤਲਬ ਹੈ ਕਿ ਸਰਕਾਰ ਉਹਨਾਂ ਨੂੰ ਸਮਾਜਿਕ ਆਰਥਿਕ ਪੱਧਰ ਤੋਂ ਜਿੰਨਾ ਉੱਚਾ ਚੁੱਕਣਾ ਚਾਹੀਦਾ ਸੀਗਾ ਉਹਨਾਂ ਵੱਲੋਂ ਵੀ ਉਨਾ ਯਤਨ ਨਹੀਂ ਕੀਤਾ ਗਿਆ। ਯਤਨ ਨਹੀਂ ਕੀਤਾ ਗਿਆ ਤੇ ਉਹ ਸਾਰਾ ਕੁਝ ਚੱਲ ਵੀ ਰਿਹਾ। ਹੁਣ ਚੱਲਾਂਗੇ ਆਪਾਂ ਇਹਦੇ ਹੱਲ ਵੱਲ ਨੂੰ। ਹਾਂਜੀ। ਬਾਬਾ ਸਾਹਿਬ ਜੋ ਚਾਹੁੰਦੇ ਸੀ, ਜਿੱਦਾਂ ਦੀ ਉਹਨਾਂ ਦੀ ਸੋਚ ਸੀ, ਉਸ ਤੋਂ ਪਹਿਲਾਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਬਹੁਤ ਸਾਰੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਵੀ, ਉਹ ਕਿੱਦਾਂ ਦਾ ਦੇਸ਼ ਚਾਹੁੰਦੇ ਸੀ, ਗੱਲ ਉੱਤੇ ਵੀ ਹੈ। ਜਾਂ ਇਸ ਤੋਂ ਪਹਿਲਾਂ ਦੀ ਗੱਲ ਕਰੀਏ, ਜੋਤੀਰਾਓ ਫੂਲੇ, ਸਮਿਤਰੀ, ਹੋਰ ਸਾਡੇ ਰਹਿਬਰ ਸਾਹਿਬਾਨ, ਦੇਸ਼ ਭਗਤ, ਗੁਰੂ ਸਾਹਿਬਾਨ, ਉਹ ਜਦੋਂ ਅਸੀਂ ਉਹਨਾਂ ਦੇ ਧਾਰਮਿਕ ਗ੍ਰੰਥ ਪੜ੍ਹਦੇ ਹਾਂ ਤੇ ਮਾਨਵਤਾ ਦੀ ਗੱਲ ਕਰਦੇ ਨੇ, ਬਰਾਬਰਤਾ ਦੀ ਗੱਲ ਕਰਦੇ ਨੇ, ਥੱਲੇ ਪਿੱਛੇ ਰਹਿ ਚੁੱਕੇ ਸਮਾਜ ਨੂੰ ਉੱਪਰ ਲੈ ਕੇ ਆਉਣ ਦੀ ਗੱਲ ਉਹ ਵੀ ਉਹਨਾਂ ਨੇ ਵੀ ਕੀਤੀ ਹੈ। ਇਹ ਸਾਰਾ ਹੀ ਸਿਸਟਮ ਉਹਨਾਂ ਦੀ ਸੋਚ ਦੇ ਮੁਤਾਬਕ ਕਿੱਦਾਂ ਬਰਾਬਰ ਆ ਸਕਦਾ? ਹੱਲ ਕੀ ਹੈ? ਦੇਖੋ ਜੀ, ਇਹਦਾ ਹੱਲ ਜਿਹੜਾ ਆ, ਇਹ ਕੋਈ ਇੱਕ ਪੱਖ ਦੀ ਇਹ ਪ੍ਰੋਬਲਮ ਨਹੀਂ ਹੈ। ਇਹਦੇ ਬਹੁਤ ਸਾਰੇ ਪਹਿਲੂ ਆ, ਆਰਥਿਕ ਪਹਿਲੂ ਆ, ਸਮਾਜਿਕ ਪਹਿਲੂ ਆ, ਐਜੂਕੇਸ਼ਨ ਦਾ, ਰਾਜਨੀਤਿਕ ਸਿਆਸੀ ਪਹਿਲੂ ਆ। ਤੇ ਮੈਨੂੰ ਲੱਗਦਾ ਵੀ ਸਾਡੇ ਸਮਾਜ ਨੂੰ ਪੂਰੇ ਪੰਜਾਬ ਵਿੱਚ ਵੀ, ਪੂਰੇ ਭਾਰਤ ਵਿੱਚ ਵੀ ਸਿਰਫ ਔਰ ਸਿਰਫ ਰਾਜਨੀਤੀ ਦੇ ਵਿੱਚ ਇਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨਾ, ਜਾਂ ਸਿਰਫ ਔਰ ਸਿਰਫ ਧਰਮ ਦੇ ਵਿੱਚ ਇਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨਾ, ਜਾਂ ਸਿਰਫ ਔਰ ਸਿਰਫ ਐਜੂਕੇਸ਼ਨ ਦੇ ਵਿੱਚ ਹੱਲ ਲੱਭਣ ਦੀ ਕੋਸ਼ਿਸ਼ ਕਰਨਾ, ਇਹ ਹਰ ਪੱਖ ਤੋਂ ਕੋਸ਼ਿਸ਼ ਸਾਡੇ ਸਮਾਜ ਨੂੰ ਜ਼ਿਆਦਾ ਤੋਂ ਜ਼ਿਆਦਾ ਕਰਨੀ ਪਏਗੀ। ਇਹਨੂੰ ਸਰਕਾਰਾਂ ਦੇ ਉੱਪਰ ਜ਼ਿਆਦਾ ਡਿਪੈਂਡੈਂਟ ਹੋਣ ਦੀ ਬਜਾਏ ਇਹਨੂੰ ਆਪਣੇ ਵੱਲੋਂ ਬਹੁਤ ਸਾਰੇ ਜ਼ਿਆਦਾ ਯਤਨ ਕਰਨੇ ਪੈਣਗੇ। ਕਿਉਂਕਿ ਜੇ ਸਰਕਾਰਾਂ ਨੇ ਇਹ ਪ੍ਰੋਬਲਮ ਠੀਕ ਕਰਨੀ ਹੁੰਦੀ ਤਾਂ 70-75 ਸਾਲ ਦਾ ਸਮਾਂ ਇੱਕ ਬਹੁਤ ਲੰਬਾ ਸਮਾਂ ਹੁੰਦਾ ਆ। ਇਹ ਜਾਤ ਪਾਤ ਦੀ, ਵਿਤਕਰੇ ਦੀ ਜਾਂ ਗੈਰ ਬਰਾਬਰੀ ਦੀ ਸਮੱਸਿਆ ਜਿਹੜੀ ਆ, ਜੇ ਸਰਕਾਰਾਂ ਨੇ ਠੀਕ ਕਰਨੀ ਹੁੰਦੀ ਤਾਂ ਹੁਣ ਬਹੁਤ ਹੱਦ ਤੱਕ ਉਹ ਠੀਕ ਹੋ ਜਾਣੀ ਚਾਹੀਦੀ ਸੀਗੀ। ਪਰ ਉਲਟਾ ਅਸੀਂ ਦੇਖਦੇ ਹਾਂ ਇਹ ਹੱਲ ਹੋਣ ਦੀ ਬਜਾਏ, ਜਿੱਦਾਂ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ, ਸਕੂਲਾਂ ਦੀ, ਇਹਦਾ ਜਿਹੜਾ ਥੋੜਾ ਬਹੁਤਾ ਹੱਲ ਹੋਇਆ ਸੀ ਉਹ ਵੀ ਉਲਟਾ ਨਗਾਰਾਂ ਨੂੰ ਫੇਰ ਗੱਲ ਚਲੀ ਗਈ ਆ। ਇਸ ਕਰਕੇ ਸਾਡੇ ਸਮਾਜ ਨੂੰ ਹੁਣ ਸਰਕਾਰਾਂ ਦੇ ਉੱਪਰ ਜ਼ਿਆਦਾ ਡਿਪੈਂਡੈਂਟ ਹੋਣ ਦੀ ਬਜਾਏ ਆਪਣੇ ਪੱਧਰ ਤੇ ਬਹੁਤ ਸਾਰੇ ਯਤਨ ਕਰਨੇ ਪੈਣਗੇ, ਜਿਹਦੇ ਵਿੱਚ ਵੱਡਾ ਯਤਨ ਮੈਂ ਫਿਰ ਇਸ ਗੱਲ ਤੇ ਆਉਂਦਾ ਹਾਂ ਪੰਜਾਬ ਦੇ ਵਿੱਚ ਕਿ ਸਿੱਖਿਆ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਆਪਣੇ ਵੱਲੋਂ ਆਪ ਮੁਹਾਰੇ ਕੰਮ ਕਰਨ ਦੀ ਲੋੜ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ, ਜਿੱਦਾਂ ਮਿਸਾਲ ਦੇ ਤੌਰ ਤੇ ਸਾਡੇ ਸਮਾਜ ਦਾ ਕੋਈ ਬੱਚਾ ਮੰਨ ਲਓ ਇੰਟੈਲੀਜੈਂਟ ਆ, ਉਹਦੇ ਮਾਂ-ਬਾਪ ਕੋ ਦੇਣ ਦੀ ਫੀਸ ਨਹੀਂ ਆ। ਹੁਣ ਬਾਬਾ ਸਾਹਿਬ ਨੇ, ਤੁਹਾਡੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਉਹਨਾਂ ਕੋਲ ਫੀਸ ਨਹੀਂ ਸੀ, ਉਹ ਸਕਾਲਰਸ਼ਿਪ ਵਾਸਤੇ
ਬੜੌਦਾ ਮਹਾਰਾਜਾ ਕੋਲ ਗਏ। ਬੜੌਦਾ ਮਹਾਰਾਜਾ ਨੇ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ, ਜਿਹਦੇ ਬੇਸ ਤੇ ਉਹ ਅਮਰੀਕਾ ਪੜ੍ਹਨ ਗਏ। ਇਹਦੇ ਕਰਕੇ ਹੀ ਉਹ ਇੰਨਾ ਕੁਝ ਉਹ ਕਰ ਸਕੇ। ਇਦਾਂ ਦੇ ਬਹੁਤ ਸਾਰੇ ਉਪਰਾਲੇ ਸਾਡੇ ਸਮਾਜ ਨੂੰ ਖੁਦ ਵੀ ਕਰਨੇ ਸ਼ੁਰੂ ਕਰਨੇ ਚਾਹੀਦੇ ਆ, ਕਿ ਤਾਂ ਕਿ ਸਿੱਖਿਆ ਦਾ ਜਿਹੜਾ ਪੱਧਰ ਆ ਉਹ ਸਾਡੇ ਸਮਾਜ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਉੱਪਰ ਚੁੱਕਿਆ ਜਾਵੇ। ਜਿੰਨਾ ਸਿੱਖਿਆ ਦਾ ਪੱਧਰ ਉੱਚਾ ਉੱਠੇਗਾ, ਉਨਾ ਹੀ ਸਮਾਜ ਆਪਣੇ ਆਪ ਤਰੱਕੀ ਕਰਨਾ ਸ਼ੁਰੂ ਕਰੇਗਾ। ਸਰਕਾਰਾਂ ਨਾ ਵੀ ਉਹਦੀ ਪਿੱਠ ਤੇ ਖੜਨ, ਉਹਦੀ ਨਾ ਵੀ ਜ਼ਿਆਦਾ ਹੈਲਪ ਕਰਨ। ਜੇ ਸਮਾਜ ਆਪਣੇ ਸਿੱਖਿਆ ਦੀ ਜ਼ਿੰਮੇਵਾਰੀ ਆਪ ਚੱਕਣ ਲੱਗ ਪਵੇ ਤਾਂ ਉਹ ਆਪਣੇ ਬਹੁਤ ਸਾਰੇ ਮਸਲੇ ਹੱਲ ਕਰ ਸਕਦਾ। ਮਤਾਰਾ ਸਾਹਿਬ, ਆ ਜੇ ਆਪਾਂ ਸਰਵੇ ਇੱਕ ਕਰੀਏ 25-30 ਸਾਲ ਦਾ ਜੇ ਆਪਾਂ ਸਰਵੇ ਕਰੀਏ, ਇਸ ਸਮੇਂ ਦੌਰਾਨ ਮਾਪਿਆਂ ਨੇ ਜਿਹੜੀ ਗੱਲ ਤੁਸੀਂ ਅੱਜ ਕਹੀ ਆ, ਕਲਾਕਾਰ ਵੀ ਗਾਉਂਦੇ ਨੇ ਅੱਧੀ ਰੋਟੀ ਘੱਟ ਖਾ ਲਿਓ, ਬੱਚਿਆਂ ਨੂੰ ਜ਼ਰੂਰ ਪੜ੍ਹਾਇਓ। 25 ਸਾਲ ਤੋਂ ਇਦਾਂ ਹੀ ਹੋਈ ਆ। ਮਾਪਿਆਂ ਨੇ ਬੱਚਿਆਂ ਨੂੰ ਪੜ੍ਹਾਇਆ। ਹਰ ਘਰ ਦੇ ਵਿੱਚ ਅੱਜ ਡਿਗਰੀ, ਡਿਪਲੋਮੇ, ਮਾਸਟਰ ਡਿਗਰੀਆਂ, ਅੱਜ PhD ਵਾਲੇ ਬੱਚੇ ਬੈਠੇ ਨੇ। ਜਾਂ ਦੂਜਾ ਬਦਲ ਦੇਖੀਏ, ਇਸ ਸਮੇਂ ਦੌਰਾਨ ਇੰਨੀਆਂ ਸਰਕਾਰੀ ਜੋਬ ਮਿਲੀਆਂ, ਹਰੇਕ ਪਿੰਡ 'ਚ ਬਹੁਤ ਸਾਰੇ, ਕਿਤੇ ਤਹਿਸੀਲ, ਪਟਵਾਰੀ, ਡਾਕਟਰ, ਵਕੀਲ, ਪੁਲਿਸ ਦੇ ਵਿੱਚ ਹਰ ਕੁਰਸੀ ਦੇ ਉੱਤੇ ਮੁਲਾਜ਼ਮ ਬੈਠੇ ਨੇ ਸਾਡੇ ਸਮਾਜ ਦੇ ਵਿੱਚੋਂ। ਰਾਜਨੀਤੀ ਦੇ ਵਿੱਚ ਵੀ ਬੈਠੇ ਨੇ ਲੀਡਰ। ਜੇ ਐਜੂਕੇਸ਼ਨ ਨੇ ਸਮਾਜ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਹੁੰਦੀ ਤੇ ਇਸ 40 ਸਾਲ 'ਚ ਆ ਜਾਣੀ ਸੀ। ਰਾਜਨੀਤੀ ਦੇ ਵਿੱਚ ਵੀ ਸਾਡੇ ਬੰਦੇ ਬੈਠੇ ਨੇ, ਆਫੀਸਰ ਜਿਨ੍ਹਾਂ ਨੇ ਸਰਕਾਰ ਚਲਾਉਣੀ ਉਹ ਵੀ ਬੈਠੇ ਨੇ। ਚੱਲਿਆ ਪਏ ਨਹੀਂ, ਚੱਲਿਆ ਪਏ ਨਹੀਂ। ਐਜੂਕੇਸ਼ਨ ਨੂੰ ਠੀਕ ਮੈਂ ਵੀ ਮਹਿਸੂਸ ਕਰਦਾ ਵੀ ਐਜੂਕੇਸ਼ਨ ਹੋਣੀ ਚਾਹੀਦੀ। ਜੇ ਬਾਬਾ ਸਾਹਿਬ ਕਹਿ ਰਹੇ ਤਾਂ ਮੈਂ ਉੱਤੇ ਨਹੀਂ ਕਰਨਾ ਚਾਹੁੰਦਾ, ਪਰ ਮੈਂ ਰਿਜ਼ਲਟ ਦੇਖਦਾ ਇੱਕ ਪੱਤਰਕਾਰ ਹੋਣ ਦੇ ਨਾਤੇ। ਜੇ ਅਸੀਂ ਤੋਲਦੇ ਆ ਇਸ 40 ਸਾਲ ਦੇ ਵਿੱਚ ਤਾਂ ਪੜ੍ਹਾਈ ਹੋਈ ਬਹੁਤ ਵਾ, ਤੇ ਜਿਹੜੀ ਪੜ੍ਹਾਈ ਹੋਈ ਆ ਉਹ ਬੱਚੇ ਪੜ੍ਹ ਲਿਖ ਕੇ ਇੱਥੋਂ ਦੁਖੀ ਹੋ ਕੇ ਇੱਥੋਂ ਦੇ ਸਿਸਟਮ ਤੋਂ ਤੰਗ ਆ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ। ਇਹਦਾ ਮਤਲਬ ਅਸੀਂ ਨਾ ਲੈ ਕੇ ਚਲਾਉਣ ਵਾਲੇ। ਚਲਾਉਣ ਵਾਲਾ ਕੌਣ ਹੈ? ਜਿਹੜੇ ਪੋਲੀਟੀਕਲ ਲੋਕ ਸਾਡੇ ਸਮਾਜ ਦੇ ਬੈਠੇ ਨੇ। ਦੇਖੋ ਅਸੀਂ ਆਪਣਿਆਂ ਨੂੰ ਨਾ ਜਿਹੜਾ ਉਹਨਾਂ ਨੂੰ ਕਹਿਣਾ ਉਧਰ ਉੰਗਲੀ ਕਰਨੀ ਆ, ਤੇ ਆਫੀਸਰ ਵੀ ਬੈਠੇ ਨੇ। ਤੇ ਇਦੋਂ ਵੱਧ ਤਾਂ ਪੜ੍ਹਾਈ ਹੋਰ ਹੋਣ ਦੀ ਆਸ ਨਹੀਂ ਲੱਗਦੀ। ਕੀ ਕਹਿਣਾ ਚਾਹੋਗੇ? ਕਿੱਥੇ ਫਿਰ ਸਿਸਟਮ ਤੇ ਕਿੱਥੇ ਉਂਗਲੀ ਰੱਖਾਂਗੇ ਆਪਾਂ? ਦੇਖੋ ਜੀ, ਜਿੱਦਾਂ ਦਾ ਸਮਾਜ ਆ, ਜਿੱਦਾਂ ਦਾ ਥੱਲੇ ਸਮਾਜ ਆ, ਉਹਦੇ ਉੱਪਰ ਉਦਾਂ ਦਾ ਹੀ ਸਿਸਟਮ ਚੱਲ ਰਿਹਾ। ਸਮਾਜ ਜਿਹੜਾ ਆ ਉਹ ਮੁੱਢਲੀ ਇਕਾਈ ਆ ਜਿਹਦੇ ਉੱਪਰ ਸਿਸਟਮ ਖੜਾ ਆ। ਇਸ ਕਰਕੇ ਬਾਬਾ ਸਾਹਿਬ ਨੇ ਕਿਹਾ ਆ ਕਿ ਰਾਜਨੀਤਿਕ ਪਰਿਵਰਤਨ ਤੋਂ ਪਹਿਲਾਂ ਸਮਾਜਿਕ ਪਰਿਵਰਤਨ ਹੋਣਾ ਬਹੁਤ ਜ਼ਰੂਰੀ ਆ। ਉਹ ਕਹਿੰਦੇ ਰਾਜਨੀਤਿਕ ਪਰਿਵਰਤਨ ਤੋਂ ਪਹਿਲਾਂ ਸਮਾਜ ਸਮਾਜਿਕ ਪਰਿਵਰਤਨ ਤੋਂ ਗੁਜ਼ਰਦਾ, ਫਿਰ ਕਿਤੇ ਜਾ ਕੇ ਰਾਜਨੀਤਿਕ ਪਰਿਵਰਤਨ ਹੁੰਦਾ ਹੈ। ਇਸ ਕਰਕੇ ਸਮਾਜਿਕ ਪਰਿਵਰਤਨ ਦਾ ਜਿਹੜਾ ਕੰਮ ਆ, ਤੁਸੀਂ ਗੱਲ ਤਾਂ ਸਹੀ ਕਹਿ ਰਹੇ ਆ ਕਿ ਬਹੁਤ ਸਾਰੇ ਲੋਕ ਬਜ਼ੁਰਗ ਪਹਿਲਾਂ ਅਨਪੜ੍ਹ ਸੀਗੇ, ਫਿਰ ਲੋਕ 10ਵੀਂ ਕਾਲਜ, ਗ੍ਰੈਜੂਏਸ਼ਨ, PhD ਤੱਕ ਚਲੇ ਗਏ। ਪਰ ਫਿਰ ਵੀ ਮੈਂ ਫਿਰ ਗੱਲ ਇੱਥੇ ਲਿਆਵਾਂਗਾ ਕਿ ਜੋ ਐਜੂਕੇਸ਼ਨ ਦਾ ਪੱਧਰ ਬਾਬਾ ਸਾਹਿਬ ਕਹਿ ਰਹੇ ਆ, ਉੱਥੇ ਤੱਕ ਸਾਡਾ ਸਮਾਜ ਹਜੇ ਵੀ ਨਹੀਂ ਪਹੁੰਚ ਸਕਿਆ। ਮਿਸਾਲ ਦੇ ਤੌਰ ਤੇ ਹੁਣ ਤੁਸੀਂ ਪੰਜਾਬ ਦੀ ਗੱਲ ਲੈ ਲਓ। ਬਾਬਾ ਸਾਹਿਬ ਨੇ ਇਕਨੋਮਿਕਸ ਦੇ ਵਿੱਚ 2 PhDਆਂ ਕੀਤੀਆਂ। ਅੱਜ ਤੱਕ ਮੈਨੂੰ ਪੂਰੇ ਪੰਜਾਬ 'ਚ ਆਪਣੇ ਸਮਾਜ ਦਾ ਕੋਈ ਵੀ ਬੰਦਾ ਨਹੀਂ ਮਿਲਿਆ ਜਿਹਨੇ ਇਕਨੋਮਿਕਸ ਦੇ ਵਿੱਚ PhD ਕੀਤੀ ਹੋਵੇ। ਹਜੇ ਤੱਕ ਜੇ ਕੋਈ ਹੋਏਗਾ ਤਾਂ ਮੇਰੇ ਨੋਟਿਸ ਨਹੀਂ। ਮੈਂ ਸਾਰਾ ਪੰਜਾਬ ਵਿਚਰਦਾ ਰਹਿੰਦਾ, ਲੋਕਾਂ ਨੂੰ ਇਸ ਗੱਲ ਬਾਰੇ ਮੈਂ ਖਾਸ ਕਰਕੇ ਲੱਭਦਾ ਵੀ ਰਹਿੰਦਾ। ਬਾਬਾ ਸਾਹਿਬ ਜਿਸ ਵਿਸ਼ੇ ਨੂੰ ਆਪਣਾ ਸਭ ਤੋਂ ਜ਼ਿਆਦਾ ਜ਼ਰੂਰੀ ਵਿਸ਼ਾ ਮੰਨਦੇ ਆ, ਉਸ ਵਿਸ਼ੇ ਦੇ ਉੱਪਰ ਸਾਡੇ ਪੰਜਾਬ 'ਚ ਸਾਡੇ ਹਜੇ ਵੀ ਵਿਦਵਾਨ ਬੜੇ ਇੰਟੈਲੈਕਚੁਅਲ ਨਹੀਂ ਹੈਗੇ। ਇਸੇ ਤਰ੍ਹਾਂ ਹੋਰ ਵੀ ਕਈ ਸਾਰੀਆਂ ਮਤਲਬ ਕਿ ਫੀਲਡਾਂ ਹੈਗੀਆਂ। ਠੀਕ ਹੈ, ਪੜ੍ਹਾਈ ਦਾ ਲੈਵਲ ਉੱਪਰ ਉੱਠਿਆ ਆ, ਪਰ ਜਿਸ ਪੱਧਰ ਦੀ ਬਾਬਾ ਸਾਹਿਬ ਗੱਲ ਕਰ ਰਹੇ ਆ, ਉਹ ਹਜੇ ਵੀ ਸਾਡੇ ਲੋਕ ਉੱਥੇ ਤੱਕ ਨਹੀਂ ਪਹੁੰਚ ਸਕੇ। ਇਹ ਸਰਕਾਰਾਂ ਦਾ ਵੀ ਜਿੱਥੇ ਕਸੂਰ ਆਪਾਂ ਕਹਿ ਸਕਦੇ ਆ। ਆਪਾਂ ਆਪਣੇ ਖੁਦ ਦੀ ਮਤਲਬ ਕਹਿ ਲਓ ਵੀ ਐਨਾਲਿਸਿਸ ਵੀ ਕਰਨਾ ਆ। ਸਾਡੇ ਸਮਾਜ ਵੱਲੋਂ ਵੀ ਇੰਨਾ ਜ਼ਿਆਦਾ ਹਜੇ ਉਸ ਲੈਵਲ ਦੀ ਐਜੂਕੇਸ਼ਨ ਲਈ ਕੋਸ਼ਿਸ਼ ਕਹਿ ਲਓ ਹਜੇ ਨਹੀਂ ਹੋ ਸਕੀ। ਇੱਕ ਜਗ੍ਹਾ ਮੈਂ ਬਾਬਾ ਸਾਹਿਬ ਦੀ ਕੋਟੇਸ਼ਨ ਪੜ੍ਹੀ ਆ, ਉਹ ਕਹਿੰਦੇ ਆ ਕਿ ਮੇਰਾ ਇਹ ਮੰਨਣਾ ਆ ਕਿ ਜਦ ਤਾਈਂ SC ਉਦੋਂ ਅਨਟੱਚੇਬਲ ਨਾਮ ਵਰਤਿਆ ਜਾਂਦਾ ਸੀਗਾ, ਵੀ ਮੇਰਾ ਇਹ ਮੰਨਣਾ ਆ ਵੀ ਉਦੋਂ ਤੱਕ ਆਜ਼ਾਦ ਨਹੀਂ ਹੋ ਸਕਦੇ ਜਦੋਂ ਤੱਕ ਕਿ ਪੂਰੇ ਦਾ ਪੂਰਾ ਗਿਆਨ ਜਿਹੜਾ ਆ ਉਹ ਪ੍ਰਾਪਤ ਨਹੀਂ ਕਰ ਲੈਂਦੇ। ਹਾਂ, ਜਦੋਂ ਤੱਕ ਕਿ ਪੂਰੇ ਦਾ ਪੂਰਾ ਗਿਆਨ ਹਾਸਿਲ ਨਹੀਂ ਕਰ ਲੈਂਦੇ, ਇਹ ਆਪਣੀ ਗੁਲਾਮੀ ਦੀਆਂ ਬੇੜੀਆਂ ਨਹੀਂ ਤੋੜ ਸਕਦੇ। ਤੇ ਇਸ ਕਰਕੇ ਇਸ ਫੀਲਡ ਦੇ ਵਿੱਚ ਅਸੀਂ ਅੱਗੇ ਤਾਂ ਵਧੇ ਆ, ਪਰ ਸਾਨੂੰ ਹਜੇ ਇੱਥੇ ਹੋਰ ਬਹੁਤ ਸਾਰਾ ਲੰਬਾ ਸਫ਼ਰ
ਤੈਅ ਕਰਨਾ ਪਏਗਾ। ਦੋਸ਼ ਦੇ ਭਾਗੀਦਾਰ ਤੇ ਹੈ ਜਿਨ੍ਹਾਂ ਨੂੰ ਮੌਕਾ ਮਿਲਿਆ, ਜਿਨ੍ਹਾਂ ਨੇ ਨਹੀਂ ਸਮਝਿਆ? ਉਹ ਵੀ ਹੈਗੇ ਆ ਜਿਨ੍ਹਾਂ ਨੂੰ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਜੇ 75 ਸਾਲ ਚ ਸਰਕਾਰਾਂ ਨੇ ਪ੍ਰੋਬਲਮ ਹੱਲ ਕਰਨੀ ਹੁੰਦੀ। ਮਦਾਰਾ ਸਾਹਿਬ, ਲੰਬੀ ਗੱਲ ਆਪਣੀ ਹੋਈ ਆ, ਖੁੱਲੀਆਂ ਹਰ ਪੱਖ ਦੇ ਉੱਤੇ ਆਪਣੀ ਚਰਚਾ ਹੋਈ ਹੈ। ਆਖਰ ਤੇ ਕੀ ਸੰਦੇਸ਼ ਦੇਣਾ ਚਾਹੋਗੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਦੇ ਉੱਤੇ, ਕਿ ਉਹਨਾਂ ਦਾ ਜਿਹੜਾ ਸੰਕਲਪ ਸੀ, ਉਹਨਾਂ ਦੀ ਸੋਚ ਸੰਕਲਪ ਦੇ ਮੁਤਾਬਕ ਭਾਰਤ ਸਿਰਜੇ? ਦੇਖੋ ਜੀ, ਇਹ ਅੱਜ ਦਾ ਜੋ ਦਿਨ ਹੈ ਬਾਬਾ ਸਾਹਿਬ ਦਾ ਜਨਮ ਦਿਨ 14 ਅਪ੍ਰੈਲ ਜੀ, ਇਹਦੇ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਬਾਬਾ ਸਾਹਿਬ ਨੂੰ ਜੋ ਉਹਨਾਂ ਦੇ ਵਿਚਾਰ ਆ, ਉਹਨਾਂ ਦੇ ਵੋਲਿਊਮਾਂ ਦੇ ਵਿੱਚ ਸਰਕਾਰਾਂ ਨੇ ਛਾਪੇ ਆ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਦੀ ਲੋੜ ਆ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਝਣ ਦੀ ਲੋੜ ਆ, ਔਰ ਉਹਨਾਂ ਦੇ ਉੱਪਰ ਜ਼ਿਆਦਾ ਤੋਂ ਜ਼ਿਆਦਾ ਅਮਲ ਕਰਨ ਦੀ ਲੋੜ ਹੈ। ਜਿੰਨਾ ਜ਼ਿਆਦਾ ਅਸੀਂ ਬਾਬਾ ਸਾਹਿਬ ਨੂੰ ਪੜਾਂਗੇ, ਉੱਤੇ ਵਿਚਾਰ ਚਰਚਾ ਕਰਾਂਗੇ, ਉਹਨਾਂ ਨੂੰ ਸਮਝਾਂਗੇ ਔਰ ਉਹਨਾਂ ਤੇ ਅਮਲ ਕਰਾਂਗੇ, ਫੇਰ ਹੀ ਕਿਤੇ ਜਾ ਕੇ ਸਾਡੀਆਂ ਜਿਹੜੀਆਂ ਸਮੱਸਿਆਵਾਂ, ਸਾਡੇ ਮਸਲੇ ਆ, ਉਹਨਾਂ ਦਾ ਹੱਲ ਹੋਵੇਗਾ। ਔਰ ਬਾਬਾ ਸਾਹਿਬ ਦੀ ਸਾਨੂੰ ਇਹ ਬਹੁਤ ਵੱਡੀ ਦੇਣ ਆ ਕਿ ਬਾਬਾ ਸਾਹਿਬ ਨੇ ਸਾਡੇ ਨਾਲ ਜੁੜੇ ਜਿੰਨੇ ਵੀ ਮਸਲੇ ਆ, ਚਾਹੇ ਉਹ ਆਰਥਿਕ ਮਸਲਾ ਆ, ਚਾਹੇ ਸਮਾਜਿਕ ਆ, ਪੜ੍ਹਾਈ ਦਾ ਆ, ਚਾਹੇ ਸਿਆਸੀ ਮਸਲਾ ਆ, ਚਾਹੇ ਧਰਮ ਦਾ ਮਸਲਾ ਆ, ਉਹਨਾਂ ਨੇ ਤਕਰੀਬਨ ਸਾਰਿਆਂ ਦੇ ਹੀ ਜਵਾਬ ਆਪਣੀਆਂ ਲਿਖਤਾਂ ਦੇ ਵਿੱਚ, ਆਪਣੀਆਂ ਵਿਚਾਰਾਂ 'ਚ ਸਾਨੂੰ ਦਿੱਤੇ ਹੋਏ। ਪਰ ਕਿਤੇ ਨਾ ਕਿਤੇ ਇਹ ਘਾਟ ਜ਼ਰੂਰ ਹੈ ਕਿ ਅਸੀਂ ਉਹਨਾਂ ਨੂੰ ਉਸ ਤਰੀਕੇ ਨਾਲ ਹਜੇ ਵੀ ਪੜ੍ਹ ਕੇ ਸਮਝ ਕੇ ਆਪਣੇ ਜੀਵਨ 'ਚ ਢਾਲ ਨਹੀਂ ਸਕੇ, ਉੱਤੇ ਅਮਲ ਨਹੀਂ ਕਰ ਸਕੇ। ਜਦੋਂ ਅਸੀਂ ਉਹਨਾਂ ਨੂੰ ਸਹੀ ਨਾ ਪੜ੍ਹ ਕੇ ਸਮਝ ਕੇ ਉੱਤੇ ਅਮਲ ਕਰਨਾ ਸ਼ੁਰੂ ਕਰ ਦੇਵਾਂਗੇ ਤੇ ਸਾਡੀਆਂ ਸਮੱਸਿਆਵਾਂ ਦੇ ਜਿਹੜੇ ਹੱਲ ਆ ਹੌਲੀ ਹੌਲੀ ਉਹ ਹੋਣੇ ਆਪੇ ਸ਼ੁਰੂ ਹੋ ਜਾਣਗੇ। ਇਸ ਕਰਕੇ ਅੱਜ ਦੇ ਇਸ ਦਿਨ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਬਾਬਾ ਸਾਹਿਬ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹੀਏ, ਉਹਨਾਂ ਨੂੰ ਸਮਝੀਏ ਤੇ ਉਹਨਾਂ ਤੇ ਅਮਲ ਕਰੀਏ। ਬਹੁਤ ਧੰਨਵਾਦ ਜੀ। ਤੇ ਆਖਰ ਤੇ ਇਸ ਤਰ੍ਹਾਂ ਚਰਚਾ ਅਸੀਂ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਹਾਂਗੇ। ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਸੂਈ ਦੀਆਂ ਘੜੀਆਂ ਟਿਕ ਟਿਕ ਕਰਕੇ ਟਿਕਾਣੇ ਤੇ ਚਲੇ ਜਾਂਦੀਆਂ। ਬਦਾਰਾ ਸਾਹਿਬ, ਬਹੁਤ ਧੰਨਵਾਦ ਜੀ। ਅਸੀਂ ਆਸ ਕਰਾਂਗੇ ਫਿਰ ਵੀ ਆਉਣ ਵਾਲੇ ਸਮੇਂ 'ਚ ਵੀ ਸਮੇਂ-ਸਮੇਂ ਤੇ ਤੁਸੀਂ ਕਾਂਚੀ ਟੀਵੀ ਦੇ ਸਟੂਡੀਓ 'ਚ ਆਪਣੇ ਵਿਚਾਰ ਰੱਖਦੇ ਰਹੋਗੇ। ਧੰਨਵਾਦ ਜੀ। ਜ਼ਰੂਰ ਜੀ, ਜ਼ਰੂਰ। ਧੰਨਵਾਦ ਤੁਹਾਡਾ ਵੀ ਸਮਾਂ ਦੇਣ ਲਈ। ਜੈ ਭੀਮ, ਜੈ ਭਾਰਤ। ਜੈ ਭਾਰਤ।